इजराइल पैलेस्तीनियंस ਨੂੰ किल कर रहा है। 10,000 तो ਵੱਧ बच्चे मारे जा चुके हैं। 22,000 तो ਵੱਧ आम इनोसेंट मारे जा चुके हैं। रशिया यूक्रेन ਦੇ ਵਿੱਚ ਮਿਜ਼ਾਈਲਾਂ ਮਾਰ ਕੇ ਆਮ ਲੋਕਾਂ ਨੂੰ ਮਾਰ ਰਿਹਾ ਔਰ ਹਿੰਦੁਸਤਾਨ ਦੇ ਵਿੱਚ ਘੱਟ ਗਿਣਤੀਆਂ ਨੂੰ ਮਾਰਿਆ ਜਾ ਰਿਹਾ। ਤਿੰਨੇ ਹੀ ਜਿਹੜੀਆਂ ਫੈਸਿਸਟ ਸਟੇਟਸ ਨੇ, ਇਜ਼ਰਾਈਲ, ਰਸ਼ੀਆ ਐਂਡ ਇੰਡੀਆ, ਦੇ ਆਰ ਕਿਲਿੰਗ ਇਨੋਸੈਂਟ ਪੀਪਲ। ਜਿਸ ਸਿਸਟਮ ਦੇ ਵਿੱਚ, ਜਿਸ ਮੁਲਕ ਦੇ ਵਿੱਚ ਤਖਤ ਦੇ ਜਥੇਦਾਰ ਨਾਲ ਅਜਿਹਾ ਹਸ਼ਰ ਹੋ ਸਕਦਾ ਹੈ ਜਾਂ ਹੋਇਆ ਹੈ, ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਕੀ 10-12 ਹਜ਼ਾਰ ਜਿਹੜੇ ਨੌਜਵਾਨ ਪਿਛਲੇ 20 ਸਾਲਾਂ ਦੇ ਵਿੱਚ ਖਪਾ ਦਿੱਤੇ ਗਏ, ਉਹਨਾਂ ਨਾਲ ਕੀ ਹੋਇਆ ਹੋਵੇਗਾ। ਪਹਿਲਾਂ ਵਰਦੀਧਾਰੀ ਪੁਲਿਸ ਨੇ ਤੇ ਫੋਰਸਿਸ ਨੇ ਪੰਜਾਬ ਦੇ ਵਿੱਚ ਇਹ ਕਤਲ ਕੀਤੇ। 20 ਸਾਲ ਫਰਜ਼ੀ ਮੁਕਾਬਲੇ ਬਣਾਏ, ਜਬਰੀ ਚੁੱਕ ਕੇ ਤਸ਼ੱਦਦ ਕਰਕੇ ਬੰਦੇ ਖਪਾਏ। ਹੁਣ ਉਹੀ ਤਾਕਤਾਂ, ਜਿਹੜੀਆਂ ਅੰਨੀਆਂ ਤਾਕਤਾਂ, ਇਸ ਪਾਰਲੀਮੈਂਟ ਨੇ ਲਾਜ਼ ਨੂੰ ਅਮੈਂਡ ਕਰਕੇ ਫੋਰਸਿਸ ਨੂੰ ਦਿੱਤੀਆਂ ਸੀ, ਏਜੰਸੀਜ਼ ਨੂੰ ਦਿੱਤੀਆਂ ਸੀ। ਉਹਨਾਂ ਦੇ ਹੌਸਲੇ ਇੰਨੇ ਵੱਧ ਗਏ ਕਿ ਉਹ ਹੁਣ ਟ੍ਰਾਂਸਨੈਸ਼ਨਲ ਕਿਲਿੰਗਸ ਕਰਨ ਲੱਗ ਪਏ। 50 ਤੋਂ ਵੱਧ ਜਥੇਬੰਦੀਆਂ ਇਸ ਵੇਲੇ ਬੈਨ ਨੇ ਔਰ ਸਾਰੀਆਂ ਹੀ ਮਾਈਨੋਰਿਟੀ ਕਮਿਊਨਿਟੀਜ਼ ਦੇ ਨਾਲ ਰਿਲੇਟ ਕਰਦੀਆਂ ਨੇ। ਇਹਨਾਂ ਨੂੰ ਅਬਨਵ ਭਾਰਤੀ ਤੇ ਬਜਰੰਗ ਦਲ ਨਹੀਂ ਦਿਖਿਆ। ਹਾਲਾਂਕਿ ਉਹਨਾਂ ਦੇ ਬਹੁਤ ਸਾਰੇ ਕਾਰਕੁਨ ਬੰਬ ਧਮਾਕੇ ਕੇਸਾਂ 'ਚ ਫੜੇ ਵੀ ਗਏ ਨੇ, ਨਾਮਜ਼ਦ ਵੀ ਹੋਏ ਨੇ, ਜੇਲ੍ਹਾਂ ਵੀ ਉਹਨਾਂ ਨੇ ਕੱਟੀਆਂ, ਪਰ ਇਹਨਾਂ ਨੇ ਉਹਨਾਂ ਦੀਆਂ ਆਰਗੇਨਾਈਜੇਸ਼ਨ ਨੂੰ ਬੈਨ ਨਹੀਂ ਕੀਤਾ। ਕਾਨੂੰਨ ਨੂੰ ਛਿੱਕੇ ਟੰਗ ਕੇ, ਨਿਆਇਕ ਸਿਸਟਮ ਨੂੰ ਛਿੱਕੇ ਟੰਗ ਕੇ ਇਹ ਸਾਰੇ ਕਤਲ ਕੀਤੇ ਜਾ ਰਹੇ ਨੇ। ਔਰ ਇੱਕ ਪਾਸੇ ਕਤਲ ਕਰ ਰਹੇ ਨੇ, ਦੂਜੇ ਪਾਸੇ ਇੱਕ ਹੋਰ ਜਿਹੜਾ ਸੂਖਮ ਹਮਲਾ ਸਾਡੇ ਤੇ ਕਰ ਰਹੇ ਨੇ, ਉਹ ਇਹ ਕਰ ਰਹੇ ਨੇ ਕਿ ਜਿਹੜੇ ਗੈਂਗਸਟਰਸ ਨੇ ਉਹਨਾਂ ਨੂੰ ਖਾਲਿਸਤਾਨੀਆਂ ਦੇ ਨਾਲ ਕਲੱਬ ਕਰ ਰਹੇ ਨੇ। ਵਿੱਚ ਥੋੜਾ ਜਿਹਾ ਇੱਕ ਡਰੱਗਸ ਦਾ ਮੈਟਰ ਵੀ ਉਹਦੇ 'ਚ ਇਨਕਲੂਡ ਕਰ ਦਿੰਦੇ ਨੇ ਕਿ ਜੀ ਇਹ ਡਰੱਗਸ ਦੇ ਵਪਾਰੀ ਨੇ, ਇਹ ਗੈਂਗਸਟਰਸ ਨੇ ਤੇ ਇਹ ਖਾਲਿਸਤਾਨੀ ਨੇ, ਤਿੰਨਾਂ ਨੂੰ ਇਕੱਠਾ ਕਲੱਬ ਕਰ ਰਹੇ ਨੇ। ਸਬਟਲ ਅਟੈਕ ਹੈ ਨਾ ਸਾਡੇ ਤੇ ਇਹ ਕੀਤਾ ਜਾ ਰਿਹਾ ਕਿ ਜਿਹੜੇ ਫਰੀडम ਫਾਈਟਰ ਸੀਗੇ, ਜਿਹੜੇ ਕਿ ਕੌਜ਼ ਲਈ ਲੜ ਰਹੇ ਨੇ, ਜਿਹੜੇ ਆਪਣੇ ਰਿਲੀਜਨ ਲਈ ਲੜ ਰਹੇ ਨੇ, ਜਿਨ੍ਹਾਂ ਨੇ ਹਥਿਆਰ ਚੁੱਕੇ ਨੇ, ਉਹਨਾਂ ਨੂੰ ਉਹਨਾਂ ਲੋਕਾਂ ਦੇ ਨਾਲ ਕਲੱਬ ਕਰ ਰਹੇ ਨੇ ਉਸ ਕੈਟਾਗਰੀ ਦੇ ਵਿੱਚ ਜਿਨ੍ਹਾਂ ਨੇ ਹਥਿਆਰ ਮਨੀ, ਨੇਮ ਐਂਡ ਫੇਮ ਲਈ ਚੁੱਕੇ। ਜੇ ਬਾਈਡਨ ਮੋਦੀ ਨੂੰ ਮਿਲਦਾ ਤੇ ਖਾਲਿਸਤਾਨ ਡਿਸਕਸ ਹੁੰਦਾ, ਜੇ ਟਰੂਡੋ ਮੋਦੀ ਨੂੰ ਮਿਲਦਾ ਤੇ ਤਾਂ ਖਾਲਿਸਤਾਨ ਡਿਸਕਸ ਹੁੰਦਾ। ਜੇ ਪੂਰੇ ਦੇਸ਼ ਦੇ ਜਿਹੜੀਆਂ ਸਿਕਿਉਰਿਟੀ ਫੋਰਸਿਸ ਅੱਜ ਮਿਲ ਰਹੀਆਂ ਨੇ ਜੈਪੁਰ, ਉੱਥੇ ਖਾਲਿਸਤਾਨ ਡਿਸਕਸ ਹੋ ਰਿਹਾ, ਤੇ ਹੋਰ ਫਿਰ ਖਾਲਿਸਤਾਨ ਦੇ ਜਿਉਂਦੇ ਹੋਣ ਦਾ ਪ੍ਰਮਾਣ ਤੁਹਾਨੂੰ ਕਿੱਥੋਂ ਦੇਈ। ਸਰਕਾਰ ਨੂੰ ਪੁੱਛਿਆ ਕਿ ਇਹ ਕਿਵੇਂ ਕਤਲ ਹੋਇਆ, ਪੁਲਿਸ ਨੇ ਇਹਦੀ ਇਨਕੁਆਇਰੀ ਪੂਰੀ ਤਰ੍ਹਾਂ ਕਿਉਂ ਨਹੀਂ ਕੀਤੀ। ਉਹਦੇ ਮਾਂ ਨੂੰ ਨਹੀਂ ਪੁੱਛਿਆ, ਉਹਦੇ ਦੋਸਤਾਂ ਨੂੰ ਨਹੀਂ ਪੁੱਛਿਆ, ਉਹਦੇ ਜਥੇਬੰਦੀਆਂ ਨੂੰ ਨਹੀਂ ਪੁੱਛਿਆ, ਤੇ ਪੁਲਿਸ ਨੇ ਕਿਵੇਂ ਇਹਦੀ ਇਨਕੁਆਇਰੀ ਕੀਤੀ ਹੈ। ਇਹਦੀ ਵਜ੍ਹਾ ਇਹ ਹੈ ਕਿ ਮੁਸਲਮਾਨਾਂ ਨੂੰ ਤਾਂ ਅਸੀਂ ਨੱਪ ਲਿਆ, 370 ਵੀ ਖਤਮ ਕਰਤੀ ਹੈ, ਰੋਜ਼ ਉਹਨਾਂ ਨੂੰ ਠੋਕੀ ਜਾਂਦੇ ਹੈ, ਤੇ ਅਸੀਂ ਹਿੰਦੂਤਵ ਨੂੰ ਦਿਖਾਉਣਾ ਚਾਹੁੰਦੇ ਹਾਂ ਇਲੈਕਸ਼ਨ ਤੋਂ ਪਹਿਲਾਂ ਕਿ ਇਹ ਜਿਹੜੇ ਸਿੱਖ ਬਣੇ ਫਿਰਦੇ ਹੈ, ਇਹ ਬਾਹਰ ਦੇ ਮੁਲਕਾਂ 'ਚ ਵੀ ਅਸੀਂ ਇਹਨਾਂ ਨੂੰ ਨਹੀਂ ਛੱਡਣਾ ਤੇ ਇਹਨਾਂ ਨੂੰ ਗੋਲੀ ਨਾਲ ਤਬਾਹ ਕਰਨਾ। ਜਦੋਂ ਸਾਰੀ ਦੁਨੀਆ ਉੱਠ ਪਈ ਹੈ ਤੇ ਅਸੀਂ ਚੁੱਪ ਕਰਕੇ ਰਹੀਏ ਜਾਂ SGPC ਚੁੱਪ ਕਰਕੇ ਰਹੇ, ਤਖਤਾਂ ਦੇ ਜਥੇਦਾਰ ਚੁੱਪ ਕਰਕੇ ਰਹਿਣ, ਇਹ ਬੁਜ਼ਦਿਲੀ ਹੈ, ਕਾਇਰਤ ਹੈ। ਰਾਇਆ ਤਾਂ ਇਹ ਹੈ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਰॉ ਦਾ ਡਾਇਰੈਕਟਰ, IB ਦਾ ਡਾਇਰੈਕਟਰ, ਮਿਲਟਰੀ ਇੰਟੈਲੀਜੈਂਸ ਦਾ ਡਾਇਰੈਕਟਰ, ਇਹ ਪਾਰਲੀਮੈਂਟ ਨੂੰ ਰਿਸਪੌਂਸਿਬਲ ਨਹੀਂ ਹੈ, ਨਾ ਇਹ ਪਾਰਲੀਮੈਂਟ ਨੂੰ ਅਕਾਊਂਟੇਬਲ ਨੇ, ਤੇ ਇਹਨਾਂ ਦੀਆਂ ਜਿਹੜੀਆਂ ਸੀਕ੍ਰੇਟ ਸਰਵਿਸ ਖੁਫੀਆ ਫੰਡਸ ਹੈ ਉਹਨਾਂ ਦਾ ਆਡਿਟ ਨਹੀਂ ਹੁੰਦਾ। ਇਹ ਬਿਲਕੁਲ ਇੱਕ ਜੰਗਲ ਦਾ ਰਾਜ ਜਮਹੂਰੀਅਤ ਦੇ ਪਰਦੇ ਦੇ ਵਿੱਚ ਇੱਥੇ ਪਿਆ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਪ੍ਰੈਸ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਵੱਲੋਂ ਸਾਂਝੇ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ। ਪਿਛਲੇ 1 ਸਾਲ ਤੋਂ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖ ਆਗੂਆਂ ਨੂੰ ਜਿਸ ਤਰੀਕੇ ਦੇ ਨਾਲ ਭਾਰਤੀ ਏਜੰਸੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ, ਟਾਰਗੇਟ ਕਿਲਿੰਗਸ ਕੀਤੀਆਂ ਜਾ ਰਹੀਆਂ ਨੇ, ਕਨਸਟੀਟਿਊਸ਼ਨ ਅਤੇ ਲਾਜ਼ ਨੂੰ ਅਮੈਂਡ ਕਰਕੇ ਲਾਅ ਇਨਫੋਰਸਮੈਂਟ ਏਜੰਸੀਜ਼ ਨੂੰ
ਸੁਰੱਖਿਆ ਫੋਰਸਾਂ ਨੂੰ ਤੇ ਪੁਲਿਸ ਨੂੰ ਬੇਪਨਾਹ ਅਤੇ ਬੇਲਗਾਮ ਬਣਾਇਆ ਜਾ ਰਿਹਾ ਹੈ। ਔਰ ਜਿਹੜੇ ਸਾਡੇ ਲੰਮੇ ਅਰਸੇ ਤੋਂ ਰਾਜਸੀ ਕੈਦੀ ਨੇ ਉਹਨਾਂ ਦੀਆਂ ਰਿਹਾਈਆਂ ਦੇ ਵਿੱਚ ਅੜਿੱਕੇ ਡਾਏ ਜਾ ਰਹੇ ਨੇ ਔਰ ਬੇਲੋੜੀਆਂ ਸ਼ਰਤਾਂ ਰੱਖੀਆਂ ਜਾ ਰਹੀਆਂ ਨੇ। ਇਸ ਤੋਂ ਅੱਗੇ UAPA ਵਰਗੇ ਕਾਨੂੰਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਪਹਿਲਾਂ ਆਰਗੇਨਾਈਜੇਸ਼ਨਸ ਨੂੰ ਬੈਨ ਕੀਤਾ ਜਾਂਦਾ ਸੀ, ਟੈਰਰਿਸਟ ਡਿਕਲੇਅਰ ਕੀਤਾ ਜਾਂਦਾ ਸੀ, ਹੁਣ ਇੰਡੀਵਿਜੂਅਲਸ ਨੂੰ ਕੀਤਾ ਜਾ ਰਿਹਾ ਹੈ। ਔਰ ਇਹ ਸਭ ਕੁਝ ਇੰਪਿਊਨਿਟੀ ਦੇ ਨਾਲ ਲਗਾਤਾਰ ਕੰਟੀਨਿਊਸਲੀ ਹੋ ਰਿਹਾ ਹੈ। ਇਸ ਸਾਰੇ ਵਰਤਾਰੇ ਤੇ ਸਾਨੂੰ ਇਤਰਾਜ਼ ਹੈ ਔਰ ਅਸੀਂ ਇਹਦੇ ਪ੍ਰੋਟੈਸਟ ਵਜੋਂ 26 ਜਨਵਰੀ ਜਿਹੜਾ ਕਿ ਇੰਡੀਆ ਦਾ ਰਿਪਬਲਿਕ ਡੇ ਹੈ ਉਸ ਦਿਨ ਨੂੰ ਬਲੈਕ ਰਿਪਬਲਿਕ ਡੇ ਦੇ ਤੌਰ ਤੇ ਮਨਾਉਣ ਲਈ ਪ੍ਰੋਟੈਸਟ ਕਰਾਂਗੇ। ਸਾਡਾ ਇਹ ਪ੍ਰੋਟੈਸਟ ਦੋਨਾਂ ਆਰਗੇਨਾਈਜੇਸ਼ਨਸ ਵੱਲੋਂ ਮੋਗਾ ਸ਼ਹਿਰ ਦੇ ਵਿੱਚ ਹੋਏਗਾ। ਰੀਸੈਂਟਲੀ ਜਿਹੜੀ ਸਰਬੱਤ ਖਾਲਸਾ ਵੱਲੋਂ ਅਪਾਇੰਟਡ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਜਿਹੜੀ ਇੱਕ ਰਿਪੋਰਟ ਸਾਹਮਣੇ ਆਈ ਹੈ, ਉਹ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਤੁਹਾਡੇ ਸਾਹਮਣੇ ਰੱਖ ਰਿਹਾ। ਜਿਹੜੀ ਅਸੀਂ ਜਿੰਨੀਆਂ ਹੁਣ ਤੱਕ ਗੱਲਾਂ ਕੀਤੀਆਂ ਨੇ ਉਸ ਨੂੰ ਮੈਂ ਐਕਸਪਲੇਨ ਕਰਦੇ ਹੋਏ ਜਥੇਦਾਰ ਦੀ ਰਿਪੋਰਟ ਜਾਂ ਜਿਹੜਾ ਘਟਨਾਕ੍ਰਮ ਸਾਡੇ ਸਾਹਮਣੇ ਆਇਆ ਉਹ ਸਾਡੇ ਸਾਹਮਣੇ ਇੱਕ ਮਿਸਾਲ ਹੈ ਸਾਡੀਆਂ ਅੱਖਾਂ ਖੋਲ੍ਹਣ ਲਈ ਕਿ ਜਿਸ ਸਿਸਟਮ ਦੇ ਵਿੱਚ, ਜਿਸ ਮੁਲਕ ਦੇ ਵਿੱਚ ਤਖਤ ਦੇ ਜਥੇਦਾਰ ਨਾਲ ਅਜਿਹਾ ਹਸ਼ਰ ਹੋ ਸਕਦਾ ਹੈ ਜਾਂ ਹੋਇਆ ਹੈ, ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਕੀ 10-12 ਹਜ਼ਾਰ ਜਿਹੜੇ ਨੌਜਵਾਨ ਪਿਛਲੇ 20 ਸਾਲਾਂ ਦੇ ਵਿੱਚ ਖਪਾ ਦਿੱਤੇ ਗਏ ਉਹਨਾਂ ਨਾਲ ਕੀ ਹੋਇਆ ਹੋਵੇਗਾ। ਇੱਕ ਗਲੇਅਰਿੰਗ ਐਗਜ਼ਾਮਪਲ ਹੈ, ਪ੍ਰੂਫ ਹੈ ਸਾਡੇ ਸਾਹਮਣੇ ਹੁਣ ਕਿ ਇਹ ਕੁਝ 10-15 ਹਜ਼ਾਰ ਨੌਜਵਾਨਾਂ ਨਾਲ 20 ਸਾਲ ਪੰਜਾਬ ਦੀ ਧਰਤੀ ਤੇ ਕੀਤਾ ਗਿਆ ਔਰ ਉਹਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ, ਸਿਕਿਉਰਿਟੀ ਫੋਰਸਿਸ, ਪੁਲਿਸ, ਜੁਡੀਸ਼ਰੀ, ਬਿਊਰੋਕ੍ਰੇਸੀ ਸਾਰਿਆਂ ਦੀ ਇੱਕ ਦੂਜੇ ਦੇ ਨਾਲ ਕਨਾਈਮਨ ਸੀ। ਸਭ ਰਲੀਆਂ ਹੋਈਆਂ ਸਨ ਇੱਕ ਦੂਜੇ ਦੇ ਨਾਲ ਇਸ ਖੂਨ ਦੀ ਹੋਲੀ ਖੇਡਣ ਲਈ, ਸਿੱਖਾਂ ਦੇ ਖੂਨ ਦੀ ਹੋਲੀ ਖੇਡਣ ਲਈ ਸਭ ਇਕੱਠੀਆਂ ਸੀ। ਇਹਨੂੰ ਕਹਿੰਦੇ ਨੇ ਇੰਪਿਊਨਿਟੀ ਦੇਣਾ ਫੋਰਸਿਸ ਨੂੰ। ਉਹਨਾਂ ਨੂੰ ਇੰਨੀ ਅੰਨੀਆਂ ਤਾਕਤਾਂ ਦੇ ਦੇਣੀਆਂ ਕਿ ਉਹ ਕਿਸੇ ਨੂੰ ਕਿਸੇ ਜਗ੍ਹਾ ਤੇ ਜਾ ਕੇ ਕਤਲ ਕਰ ਸਕਦੇ ਨੇ। ਪਹਿਲਾਂ ਵਰਦੀਧਾਰੀ ਪੁਲਿਸ ਨੇ ਤੇ ਫੋਰਸਿਸ ਨੇ ਪੰਜਾਬ ਦੇ ਵਿੱਚ ਇਹ ਕਤਲ ਕੀਤੇ, 20 ਸਾਲ ਫਰਜ਼ੀ ਮੁਕਾਬਲੇ ਬਣਾਏ, ਜਬਰੀ ਚੁੱਕ ਕੇ ਤਸ਼ੱਦਦ ਕਰਕੇ ਬੰਦੇ ਖਪਾਏ। ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਐਗਜ਼ਾਮਪਲ ਤੁਹਾਡੇ ਸਾਹਮਣੇ ਹੈ, ਮੈਂ ਬਾਰ-ਬਾਰ ਉਹਨਾਂ ਦੀ ਗੱਲ ਕਰ ਰਿਹਾ। ਇਸੇ ਤਰ੍ਹਾਂ ਬਹੁਤ ਸਾਰੇ ਹੋਰਨਾਂ ਨਾਲ ਕੀਤਾ। ਹੁਣ ਉਹੀ ਤਾਕਤਾਂ, ਜਿਹੜੀਆਂ ਅੰਨੀਆਂ ਤਾਕਤਾਂ, ਇਸ ਪਾਰਲੀਮੈਂਟ ਨੇ ਲਾਜ਼ ਨੂੰ ਅਮੈਂਡ ਕਰ ਕਰਕੇ ਫੋਰਸਿਸ ਨੂੰ ਦਿੱਤੀਆਂ ਸੀ, ਏਜੰਸੀਜ਼ ਨੂੰ ਦਿੱਤੀਆਂ ਸੀ। ਉਹਨਾਂ ਦੇ ਹੌਸਲੇ ਇੰਨੇ ਵੱਧ ਗਏ ਕਿ ਉਹ ਹੁਣ ਟ੍ਰਾਂਸਨੈਸ਼ਨਲ ਕਿਲਿੰਗਸ ਕਰਨ ਲੱਗ ਪਏ ਨੇ। ਪਹਿਲਾਂ ਉਹਨਾਂ ਨੇ ਪੰਜਾਬ ਤੇ ਹਿੰਦੁਸਤਾਨ 'ਚ ਕਿਲਿੰਗਸ ਕੀਤੀਆਂ, ਹੁਣ ਉਹਨਾਂ ਦੇ ਹੌਸਲੇ ਇੰਨੇ ਵਧੇ ਨੇ ਕਿ ਉਹ ਹਿੰਦੁਸਤਾਨ ਦੀ ਸਰਹੱਦਾਂ ਤੋਂ ਬਾਹਰ ਜਾ ਕੇ ਜਿਹੜੇ ਸਿੱਖ ਐਕਟਿਵਿਸਟ ਨੇ, ਜਿਹੜੇ ਸਿੱਖ ਫਰੀडम ਫਾਈਟਰਸ ਨੇ, ਜਿਹੜੇ ਸਿੱਖਾਂ ਦੀ ਆਜ਼ਾਦੀ ਲਈ ਲੜ ਰਹੇ ਨੇ, ਉਹਨਾਂ ਨੂੰ ਟਾਰਗੇਟ ਕਰਨ ਲੱਗ ਪਈਆਂ ਨੇ ਏਜੰਸੀਜ਼। ਸੋ ਇਹ ਜਿਹੜੀ ਇੰਪਿਊਨਿਟੀ ਹੈ, ਇਹ ਬੁਨਿਆਦੀ ਜੜ ਹੈ ਜੋ ਸਿੱਖਾਂ ਦਾ ਕਤਲੋ ਗਾਰਤ ਪਿਛਲੇ 40 ਸਾਲ ਤੋਂ ਹਿੰਦੁਸਤਾਨ ਤੇ ਹੁਣ ਬਾਹਰ ਹੋ ਰਿਹਾ। ਇਹਦੇ ਖਿਲਾਫ ਅਸੀਂ ਪ੍ਰੋਟੈਸਟ ਕਰਨ ਜਾ ਰਹੇ। ਕਦੇ ਸੰਵਿਧਾਨ ਦੀ ਵਰਤੋਂ ਕੀਤੀ ਜਾਂਦੀ ਹੈ, ਕਦੇ ਸੰਵਿਧਾਨ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਤੇ ਕਦੇ ਸੰਵਿਧਾਨ ਦੀ ਵਰਤੋਂ ਹੀ ਨਹੀਂ ਕੀਤੀ ਜਾਂਦੀ ਘੱਟ ਗਿਣਤੀਆਂ ਤੇ ਸਿੱਖਾਂ ਤੇ ਅਤਿਆਚਾਰ ਤੇ ਅਨਿਆਏ ਕਰਨ ਲਈ। ਜਿਹੜੇ ਪਿਛਲੇ 2-3 ਸਾਲ ਤੋਂ ਮੋਦੀ ਗਵਰਨਮੈਂਟ 2 ਨੇ
ਜਿਹੜਾ UAP ਨੂੰ ਅਮੈਂਡ ਕਰਕੇ ਆਰਗੇਨਾਈਜੇਸ਼ਨਸ ਤੋਂ ਬਾਅਦ ਇੰਡੀਵਿਜੂਅਲਸ ਨੂੰ ਬੈਨ ਕਰਨਾ ਸ਼ੁਰੂ ਕੀਤਾ ਹੈ, ਅਨਲੌਫੁਲ ਡਿਕਲੇਅਰ ਕਰਨਾ ਸ਼ੁਰੂ ਕੀਤਾ ਹੈ, ਇਹ ਵੀ ਬਹੁਤ ਡੇਂਜਰਸ ਹੈ। ਤੁਸੀਂ ਦੇਖੋ 50 ਤੋਂ ਵੱਧ ਜਥੇਬੰਦੀਆਂ ਇਸ ਵੇਲੇ ਬੈਨ ਨੇ ਔਰ ਸਾਰੀਆਂ ਹੀ ਮਾਈਨੋਰਿਟੀ ਕਮਿਊਨਿਟੀਜ਼ ਦੇ ਨਾਲ ਰਿਲੇਟ ਕਰਦੀਆਂ ਨੇ। ਇਹਨਾਂ ਨੂੰ ਅਬਨਵ ਭਾਰਤੀ ਤੇ ਬਜਰੰਗ ਦਲ ਨਹੀਂ ਦਿਖਿਆ, ਹਾਲਾਂਕਿ ਉਹਨਾਂ ਦੇ ਬਹੁਤ ਸਾਰੇ ਕਾਰਕੁਨ ਬੰਬ ਧਮਾਕੇ ਕੇਸਾਂ 'ਚ ਫੜੇ ਵੀ ਗਏ ਨੇ, ਨਾਮਜ਼ਦ ਵੀ ਹੋਏ ਨੇ, ਜੇਲ੍ਹਾਂ ਵੀ ਉਹਨਾਂ ਨੇ ਕੱਟੀਆਂ, ਪਰ ਇਹਨਾਂ ਨੇ ਉਹਨਾਂ ਦੀਆਂ ਆਰਗੇਨਾਈਜੇਸ਼ਨ ਨੂੰ ਬੈਨ ਨਹੀਂ ਕੀਤਾ। ਸਾਰੀਆਂ ਜਿਹੜੀਆਂ 50 ਆਰਗੇਨਾਈਜੇਸ਼ਨ ਇਸ ਵੇਲੇ ਬੈਨ ਨੇ, ਸਾਰੀਆਂ ਮਿਨੋਰਿਟੀ ਕਮਿਊਨਿਟੀਜ਼ ਦੇ ਨਾਲ ਰਿਲੇਟ ਕਰਦੀਆਂ ਨੇ। ਔਰ ਰੀਸੈਂਟਲੀ ਹੁਰੀਅਤ ਕਾਨਫਰੰਸ ਇਹਨਾਂ ਨੇ ਬੈਨ ਕੀਤੀ ਹੈ, ਜਿਹੜੀ ਕਿ ਇੱਕ ਕਾਮਨ ਪੋਲੀਟੀਕਲ ਪਲੇਟਫਾਰਮ ਸੀ, ਜਿਹੜੇ ਕਿ ਰਾਜਨੀਤਿਕ ਤੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਕਸ਼ਮੀਰ ਦੀ ਸਟਰਗਲ ਕਰ ਰਹੇ ਸੀ। ਇਹਨਾਂ ਨੇ ਉਹਨੂੰ ਵੀ ਬੈਨ ਕਰ ਦਿੱਤਾ ਔਰ ਸਾਨੂੰ ਇਹ ਖਦਸ਼ੇ ਨੇ ਕਿ ਇਹ ਹੌਲੀ ਹੌਲੀ ਜਿਹੜੇ ਕਦਮ ਨੇ ਸਰਕਾਰ ਦੇ, ਇਹ ਸਾਡੀਆਂ ਜਥੇਬੰਦੀਆਂ ਵੱਲ ਵੀ ਆਉਣਗੇ ਜਿਹੜੀਆਂ ਪੋਲੀਟੀਕਲੀ ਤੇ ਡੈਮੋਕ੍ਰੈਟਿਕਲੀ ਖਾਲਿਸਤਾਨ ਦੀਆਂ ਗੱਲ ਕਰ ਰਹੀਆਂ। ਅਸੀਂ ਕੰਡੈਮ ਕਰਦੇ ਹਾਂ ਜਿਹੜਾ ਹੁਰੀਅਤ ਨੂੰ ਬੈਨ ਕੀਤਾ। ਅਸੀਂ ਉਹਨਾਂ ਦੇ ਨਾਲ ਸਾਡੀ ਇੱਕ ਸਾਂਝ ਸੀ ਔਰ ਅਸੀਂ ਕਦੀ ਵੀ ਨਹੀਂ ਦੇਖਿਆ ਕਿ ਉਹਨਾਂ ਨੇ ਵਾਇਲੈਂਸ ਨੂੰ ਪ੍ਰੀਚ ਕੀਤਾ ਹੋਵੇ। ਸਾਡਾ ਦਰਦ ਸਾਂਝਾ ਸੀ। ਅਸੀਂ ਬਹੁਤ ਸਾਰੇ ਪ੍ਰੋਗਰਾਮ ਉਹਨਾਂ ਦੇ ਨਾਲ ਕੀਤੇ ਨੇ। ਅਸੀਂ ਕਦੀ ਨਹੀਂ ਉਹਨਾਂ ਦੇ ਜਿਹੜੇ ਮਰਹੂਮ ਨੇਤਾ ਸੀ ਸੈਯਦ ਅਲੀ ਸ਼ਾਹ ਗਿਲਾਨੀ, ਉਹਨਾਂ ਦੇ ਮੂੰਹੋਂ ਕਦੀ ਨਹੀਂ ਦੇਖਿਆ ਕਿ ਉਹਨਾਂ ਨੇ ਵਾਇਲੈਂਸ ਪ੍ਰੀਚ ਕੀਤੀ ਹੋਵੇ। ਸੋ ਹਿੰਦੁਸਤਾਨ ਦੀ ਸਰਕਾਰ ਇੱਕ ਪਾਸੇ ਉਲਫਾ ਦੇ ਨਾਲ ਹੈਂਡਸ਼ੇਕਿੰਗ ਕਰ ਰਹੀ ਹੈ, ਉਹਨਾਂ ਦੇ ਇੱਕ ਸੈਕਸ਼ਨ ਦੇ ਨਾਲ ਹੈਂਡਸ਼ੇਕਿੰਗ ਕਰ ਰਹੀ ਹੈ, ਜਿਹੜੇ ਅਸਾਮ ਦੀ ਸੋਵਰੈਨਿਟੀ ਲਈ ਪਿਛਲੇ 40 ਸਾਲ ਤੋਂ ਲੜ ਰਹੇ ਸੀ। 12 ਸਾਲ ਤੋਂ ਉਹਨਾਂ ਨਾਲ ਨੈਗੋਸ਼ੀਏਸ਼ਨ ਚੱਲ ਰਹੀ ਸੀ। ਪਿਛਲੇ ਹਫਤੇ ਉਹਨਾਂ ਦੇ ਨਾਲ ਇਹਨਾਂ ਨੇ ਡੀਲ ਕੀਤੀ ਹੈ, ਐਗਰੀਮੈਂਟ ਕੀਤਾ ਹੈ, ਜਿਵੇਂ ਇਹਨਾਂ ਨੇ 2015 ਦੇ ਵਿੱਚ ਨਾਗਾਲੈਂਡ ਵਾਲਿਆਂ ਨਾਲ ਕੀਤਾ ਹੈ। ਉਲਫਾ ਦੇ ਇੱਕ ਸੈਕਸ਼ਨ ਨਾਲ ਉੱਥੋਂ ਦੇ ਮਸਲਿਆਂ ਨੂੰ ਰਿਜ਼ੋਲਵ ਕਰਨ ਲਈ ਉਹਨਾਂ ਦੇ ਨਾਲ ਹੈਂਡਸ਼ੇਕਿੰਗ ਕੀਤੀ ਗਈ ਹੈ ਔਰ ਪੰਜਾਬ ਦੇ ਨੌਜਵਾਨਾਂ ਨੂੰ, ਆਗੂਆਂ ਨੂੰ ਮਾਰਿਆ ਜਾ ਰਿਹਾ ਹੈ। ਕਸ਼ਮੀਰ ਦੀਆਂ ਜਥੇਬੰਦੀਆਂ ਨੂੰ ਦੇ ਵਜੂਦ ਨੂੰ ਖਤਮ ਕੀਤਾ ਜਾ ਰਿਹਾ ਹੈ। ਜਿਸ ਪਾਸੇ ਸਰਕਾਰ ਤੁਰੀ ਹੈ, ਤੁਸੀਂ ਦੇਖੋ ਕਿ ਇੱਕ ਫਾਸੀਵਾਦੀ ਜਿਹੜੀ ਉਹਨਾਂ ਦੀ ਅਪਰੋਚ ਹੈ, ਸਾਰਿਆਂ ਨੂੰ ਕੁਚਲਣ ਦੀ ਜਿਹੜੀ ਅਪਰੋਚ ਹੈ, ਉਸ ਪਾਸੇ ਤੁਰੀ ਹੋਈ ਹੈ। ਔਰ ਦੁਨੀਆ ਪਹਿਲਾਂ ਹੀ ਇੱਕ ਵਿਸਫੋਟਿਕ ਐਕਸਪਲੋਸਿਵ ਸਿਚੁਏਸ਼ਨ ਦੁਨੀਆ ਦੇ ਵਿੱਚ ਪਹਿਲਾਂ ਹੀ ਬਣੀ ਹੋਈ ਹੈ। ਇੱਕ ਵਿਸਫੋਟਿਕ ਸਥਿਤੀ ਪਹਿਲਾਂ ਹੀ ਦੁਨੀਆ 'ਚ ਬਣੀ ਹੋਈ ਹੈ। ਇਜ਼ਰਾਈਲ ਪੈਲਸਤੀਨੀਅਨਸ ਨੂੰ ਕਿਲ ਕਰ ਰਿਹਾ। 10,000 ਤੋਂ ਵੱਧ ਬੱਚੇ ਮਾਰੇ ਜਾ ਚੁੱਕੇ ਨੇ। 22,000 ਤੋਂ ਵੱਧ ਆਮ ਇਨੋਸੈਂਟ ਮਾਰੇ ਜਾ ਚੁੱਕੇ ਨੇ, ਸਿਵਿਲੀਅਨਸ ਮਾਰੇ ਜਾ ਚੁੱਕੇ ਨੇ। ਹਰ ਪੰਜਵਾਂ ਉੱਥੇ ਭੁੱਖਮਰੀ ਫੈਲ ਚੁੱਕੀ ਹੈ। ਰਸ਼ੀਆ ਯੂਕਰੇਨ ਦੇ ਵਿੱਚ ਮਿਜ਼ਾਈਲਾਂ ਮਾਰ ਕੇ ਆਮ ਲੋਕਾਂ ਨੂੰ ਮਾਰ ਰਿਹਾ ਔਰ ਹਿੰਦੁਸਤਾਨ ਦੇ ਵਿੱਚ ਘੱਟ ਗਿਣਤੀਆਂ ਨੂੰ ਮਾਰਿਆ ਜਾ ਰਿਹਾ। ਤਿੰਨੇ ਹੀ ਜਿਹੜੀਆਂ ਫੈਸਿਸਟ ਸਟੇਟਸ ਨੇ, ਇਜ਼ਰਾਈਲ, ਰਸ਼ੀਆ ਐਂਡ ਇੰਡੀਆ, ਦੇ ਆਰ ਕਿਲਿੰਗ ਇਨੋਸੈਂਟ ਪੀਪਲ। ਉਹ ਆਮ ਲੋਕਾਂ ਨੂੰ ਮਾਰ ਰਹੇ ਨੇ, ਆਮ ਲੋਕਾਂ ਨੂੰ ਜੇਲ੍ਹਾਂ 'ਚ ਤਾੜ ਰਹੇ ਨੇ। ਫਰਜ਼ੀ ਮੁਕਾਬਲੇ ਬਣਾਉਣੇ, ਨਜ਼ਰਬੰਦ ਰੱਖਣਾ, ਲੱਭੀਆਂ ਜੇਲ੍ਹਾਂ 'ਚ ਦੇਣਾ ਅੰਦਰ ਨੂੰ, UAPA, NSA ਵਰਗੇ ਕਾਨੂੰਨ ਲਾਉਣੇ, ਇਹ ਸਭ ਇਸ ਵੇਲੇ ਇਸ ਦੇਸ਼ 'ਚ ਚੱਲ ਰਿਹਾ। ਸਿੱਖ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਅਸੀਂ ਇਹਦੇ ਤੇ ਇਤਰਾਜ਼ ਕਰਦੇ ਹੋਏ 26 ਜਨਵਰੀ ਨੂੰ ਮੋਗੇ ਦੀਆਂ ਸੜਕਾਂ ਤੇ ਪ੍ਰੋਟੈਸਟ ਕਰਾਂਗੇ। ਸਾਡਾ ਇਹ ਪ੍ਰੋਟੈਸਟ ਹੈ ਔਰ ਇਹ ਡੈਮੋਕ੍ਰੈਟਿਕ ਜਿਹੜਾ ਸਾਡਾ ਰਾਈਟ ਹੈ, ਅਸੀਂ ਆਪਣੇ ਉਸ ਰਾਈਟ ਦਾ ਇਸਤੇਮਾਲ ਕਰਦੇ ਹੋਏ ਪ੍ਰੋਟੈਸਟ ਕਰਨ ਜਾ ਰਹੇ ਹਾਂ। ਅਮਿਤ ਸ਼ਾਹ ਦਾ ਜਿਹੜਾ ਬਿਆਨ ਹੈ, ਸਾਡੇ ਤੋਂ ਪਹਿਲਾਂ ਬੰਦੀ ਸਿੰਘਾਂ ਨੇ ਅਮਿਤ ਸ਼ਾਹ ਨੂੰ ਬਹੁਤ ਢੁਕਵਾਂ ਤੇ ਕਰਾਰਾ ਜਵਾਬ ਦੇ ਦਿੱਤਾ ਹੈ। ਉਹਨਾਂ ਨੇ ਕਹਿ ਦਿੱਤਾ ਹੈ ਕਿ ਸਾਨੂੰ ਕੋਈ ਪਛਤਾਵਾ ਨਹੀਂ ਹੈ, ਸਾਨੂੰ ਸਗੋਂ ਆਪਣੇ ਕੰਮ ਤੇ ਮਾਣ ਤੇ ਤਸੱਲੀ ਹੈ। ਅਸੀਂ ਜੋ ਕੀਤਾ, ਅਸੀਂ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਕੀਤਾ ਔਰ ਅਸੀਂ ਸਾਡਾ ਜਿਹੜਾ ਕਾਰਜ ਸੀ ਉਹ ਸਾਡੀਆਂ ਜਿਹੜੀਆਂ ਸਿੱਖ ਜੁਝਾਰੂ ਪਰੰਪਰਾਵਾਂ ਨੇ ਉਹਦੀ ਰੌਸ਼ਨੀ ਦੇ ਵਿੱਚ ਸੀਗਾ। ਸੋ ਅਮਿਤ ਸ਼ਾਹ ਨੇ ਜਿਸ ਤਰੀਕੇ ਦੇ ਨਾਲ ਈਨ ਮਨਵਾਉਣ ਦੀ ਗੱਲ ਕੀਤੀ ਹੈ, ਅਸੀਂ ਆਪਣੇ ਪ੍ਰੋਟੈਸਟ ਦੇ ਵਿੱਚ ਉਸ ਦੇ ਸਟੇਟਮੈਂਟ ਨੂੰ ਵੀ ਸ਼ਾਮਲ ਕੀਤਾ ਹੈ। ਅਸੀਂ ਅਮਿਤ ਸ਼ਾਹ ਦੇ ਖਿਲਾਫ ਵੀ ਸੜਕਾਂ ਤੇ ਪ੍ਰੋਟੈਸਟ ਕਰਾਂਗੇ। ਹਿੰਦੁਸਤਾਨ ਦੀ ਸਰਕਾਰ
ਜਬਰੀ ਸਾਡੇ ਬੰਦੀ ਸਿੰਘਾਂ ਨੂੰ ਆਪਣੇ ਕੈਦਖਾਨਿਆਂ ਦੇ ਵਿੱਚ ਰੱਖਿਆ ਹੋਇਆ ਹੈ। ਇਹ ਬੰਦੀ ਸਿੰਘ ਹਿੰਦੁਸਤਾਨ ਤੇ ਪੰਜਾਬ ਦੀ ਜਿਹੜੀ ਪਿਛਲੇ 40 ਸਾਲ ਤੋਂ ਜੰਗ ਹੋ ਰਹੀ ਹੈ, ਇਹ ਜੰਗ ਦੇ ਕੈਦੀ ਨੇ ਔਰ ਇਸ ਜੰਗ ਦੇ ਜਿਹੜੇ ਕੈਦੀ ਨੇ ਇਹਨਾਂ ਦੇ ਨਾਲ ਜਿਹੜਾ ਵਿਹਾਰ ਹੈ ਉਹ ਅਨਿਆਏ ਵਾਲਾ, ਇਨਜਸਟਿਸ ਇਹਨਾਂ ਨਾਲ ਹੋ ਰਹੀ ਹੈ। ਅਸੀਂ ਇਸ ਪ੍ਰੋਟੈਸਟ ਨੂੰ ਵੀ ਆਪਣੇ ਪ੍ਰੋਟੈਸਟ ਦੇ ਵਿੱਚ ਇਸ ਇਸ਼ੂ ਨੂੰ ਵੀ ਸ਼ਾਮਲ ਕੀਤਾ ਹੈ। ਇਸ ਦੇ ਖਿਲਾਫ ਵੀ ਅਸੀਂ ਸੜਕਾਂ ਤੇ 26 ਨੂੰ ਉਤਰਾਂਗੇ। ਸੋ ਸਾਡਾ ਪ੍ਰੋਟੈਸਟ ਹੈ, ਜੋ ਕੁਝ ਹਿੰਦੁਸਤਾਨ ਘੱਟ ਗਿਣਤੀਆਂ ਤੇ ਸਿੱਖਾਂ ਨਾਲ ਕਰ ਰਿਹਾ, ਇਸ ਪ੍ਰੋਟੈਸਟ ਦੇ ਅਸੀਂ ਉਹਨਾਂ ਦਾ ਦਿਨ, ਇੰਡੀਆ ਦਾ ਦਿਨ ਚੁਣਿਆ 26 ਜਨਵਰੀ ਨੂੰ, ਤਾਂ ਕਿ ਅਸੀਂ ਆਪਣੀ ਗੱਲ ਉਸ ਦਿਨ ਦੁਨੀਆ ਦੇ ਸਾਹਮਣੇ ਰੱਖ ਸਕੀਏ। ਔਰ ਇੰਡੀਆ ਆਪਣੇ ਹੀ ਕਨਸਟੀਟਿਊਸ਼ਨ ਨੂੰ ਯੂਜ਼ ਤੇ ਮਿਸਯੂਜ਼ ਕਰਕੇ ਸਾਨੂੰ ਆਪਣਾ ਗੁਲਾਮ ਬਣਾ ਕੇ ਰੱਖ ਰਿਹਾ। ਸਾਡਾ ਪ੍ਰੋਟੈਸਟ ਕਨਸਟੀਟਿਊਸ਼ਨਲ ਡਿਸਕ੍ਰਿਮੀਨੇਸ਼ਨ, ਇਨਜਸਟਿਸਿਸ ਐਂਡ ਰੋਂਗਸ ਦੇ ਖਿਲਾਫ ਹੈ। ਸਾਡਾ ਇਹ ਪ੍ਰੋਟੈਸਟ ਜਿਹੜਾ ਸਾਡੀ ਕੌਮਾਂ ਦੇ ਨਾਲ ਜੋ ਹੋ ਰਿਹਾ ਉਹਦੇ ਖਿਲਾਫ ਹੈ, ਜੋ ਕਤਲ ਹੋ ਰਹੇ ਨੇ ਉਹਦੇ ਖਿਲਾਫ ਹੈ। ਔਰ ਇਸ ਜਿਹੜਾ ਪ੍ਰੋਟੈਸਟ ਹੈ, ਅਸੀਂ 26 ਜਨਵਰੀ ਨੂੰ ਉੱਥੇ ਗੁਰਦੁਆਰਾ ਬੀਬੀ ਕਾਨ ਕੌਰ ਗੁਰਦੁਆਰਾ, ਉੱਥੋਂ ਅਸੀਂ ਪ੍ਰੋਟੈਸਟ ਮਾਰਚ ਸ਼ੁਰੂ ਕਰਾਂਗੇ ਤੇ ਸਾਰੇ ਸ਼ਹਿਰ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਦਾਣਾ ਮੰਡੀ ਜਾ ਕੇ ਖਤਮ ਹੋਏਗਾ, ਜਿੱਥੇ ਜਿਹੜੇ ਪ੍ਰੋਟੈਸਟਰਸ ਨੇ, ਜਿਹੜੇ ਸਪੀਕਰਸ ਨੇ, ਉਹ ਆਏ ਹੋਏ ਸੱਜਣਾ ਨੂੰ, ਆਏ ਹੋਏ ਪ੍ਰੋਟੈਸਟਰਸ ਨੂੰ ਜਿਹੜੇ ਸਪੀਕਰਸ ਨੇ ਉਹ ਐਡਰੈਸ ਕਰਨਗੇ ਔਰ ਆਪਣੀ ਗੱਲ ਜਿਹੜੀ ਹੈ ਮੀਡੀਆ ਰਾਹੀਂ ਔਰ ਪ੍ਰੋਟੈਸਟਰਸ ਰਾਹੀਂ ਸਰਕਾਰ ਤੱਕ ਪਹੁੰਚਾਉਣਗੇ। ਕਿੰਨੇ ਕਿਲੋਮੀਟਰ ਦਾ ਹੋਏਗਾ ਜੀ ਰਾਉਂਡ ਅਬਾਊਟ 2.5-3 ਕਿਲੋਮੀਟਰ। ਹਾਂਜੀ, ਇੱਕ ਕਿਸਾਨਾਂ ਨੇ ਆਪਣੇ ਜਿਹੜੇ ਕਾਨੂੰਨ ਵਾਪਸ ਕਰਾਉਣ ਦੇ ਲਈ ਧਰਨੇ ਦੇ ਉੱਤੇ ਕਾਨੂੰਨ ਵਾਪਸ ਹੋ ਗਏ। ਡਰਾਈਵਰਾਂ ਨੇ ਹਿੱਟ ਐਂਡ ਰਨ ਦਾ ਕਾਨੂੰਨ ਦੇ ਉੱਤੇ ਆਪਣਾ ਪ੍ਰੋਟੈਸਟ ਕੀਤਾ ਤੇ ਸਰਕਾਰਾਂ ਚੁੱਪ ਗਈਆਂ। ਕੀ ਸਿੱਖ ਡਰਾਈਵਰਾਂ ਤੋਂ ਵੀ ਕਮਜ਼ੋਰ ਹੋ ਗਏ ਨੇ ਕਿ ਪ੍ਰੋਟੈਸਟ ਜਿਹੜਾ ਨੁੱਕਰ ਪ੍ਰੋਟੈਸਟ ਬਣ ਕੇ ਰਹਿ ਗਿਆ? 2.5 ਕਿਲੋਮੀਟਰ 'ਚ ਆਪਾਂ ਪ੍ਰੋਟੈਸਟ ਖਤਮ ਕਰਕੇ ਆਪਾਂ ਬਿਆਨ ਦੇ ਦਿੰਦੇ ਹਾਂ, 26 ਤਰੀਕ ਨੂੰ ਕਰਤਾ, 15 ਅਗਸਤ ਨੂੰ ਕਰਤਾ, 6 ਜੂਨ ਨੂੰ ਕਰਤਾ। ਕੋਈ ਵੱਡਾ ਪ੍ਰੋਗਰਾਮ ਕਿਉਂ ਨਹੀਂ ਜਥੇਬੰਦੀਆਂ ਉਲੀਕ ਕਰੀਆਂ? ਆਪਾਂ ਬਹੁਤ ਮਾਨ ਸਾਹਿਬ ਦਾ ਸੰਘਰਸ਼ ਬੜਾ ਲੰਬਾ ਹੈ, ਤੁਹਾਡਾ ਸੰਘਰਸ਼ ਬੜਾ ਲੰਬਾ ਹੈ, ਪਰ ਆਪਾਂ ਕਿਉਂ ਐਡੇ ਛੋਟੇ ਪ੍ਰੋਟੈਸਟ ਜਿਹੜੇ ਨੇ ਨੁੱਕੜ ਪ੍ਰੋਟੈਸਟ ਬਣਾ ਕੇ ਰੱਖ ਦਿੱਤੇ ਨੇ? ਕਿਉਂ ਨਹੀਂ ਆਪਾਂ ਵੱਡੀਆਂ ਜਥੇਬੰਦੀਆਂ ਸਾਰਿਆਂ ਨੂੰ ਲੈਂਦੇ? ਜਿਸ ਤਰ੍ਹਾਂ ਸਰਬੱਤ ਖਾਲਸਾ ਹੋਇਆ ਸੀ, ਮਾਨ ਸਾਹਿਬ ਦੇ ਵਿੱਚ ਸੀ, ਬਹੁਤ ਸਾਰੇ ਪ੍ਰੋਗਰਾਮ ਲਿਖੇ ਗਏ, ਆਪਾਂ ਜਥੇਦਾਰ ਹਵਾਰਾ ਵੀ ਥਾਪ ਦਿੱਤੇ, ਉਤੋਂ ਬਾਅਦ ਜਥੇਦਾਰ ਨੂੰ ਰਿਹਾਵ ਨਹੀਂ ਕਰਾ ਸਕੇ, ਥਾਪ ਦਿੱਤਾ। ਕਿਉਂ ਨਹੀਂ ਇਹ ਪ੍ਰੋਟੈਸਟ ਵੱਡੇ ਰੂਪ ਦੇ ਵਿੱਚ ਰਹਿ ਰਹੇ ਕਿ ਆਪਾਂ ਆਪਣੀ ਗੱਲ ਮਨਵਾ ਲਈਏ? ਹੋ ਗਿਆ ਤੁਹਾਡਾ? ਸਾਡੀ ਇਹ ਲੜਾਈ ਆਜ਼ਾਦੀ ਦੀ ਲੜਾਈ ਹੈ, ਕਿਸੇ ਇੱਕ ਇਸ਼ੂ ਦੀ ਲੜਾਈ ਨਹੀਂ ਹੈ ਕਿ ਅਸੀਂ ਇੱਕ ਇਸ਼ੂ ਦੇ ਉੱਤੇ ਆਪਣੇ ਆਪ ਨੂੰ ਕੇਂਦਰ ਬਿੰਦੂ ਕਰਕੇ ਉੱਥੇ ਹੀ ਉਸ ਟਰੈਪ ਦਾ ਹਿੱਸਾ ਬਣ ਜਾਈਏ। ਸਾਡੀ ਲੜਾਈ ਆਜ਼ਾਦੀ ਦੀ ਲੜਾਈ ਹੈ, ਖਾਲਿਸਤਾਨ ਦੀ ਸਿਰਜਣਾ ਦੀ ਲੜਾਈ ਹੈ। ਔਰ ਇਹ ਲੜਾਈ ਜਿਹੜੀ ਅਸੀਂ ਲੜ ਰਹੇ ਹਾਂ, ਇਹਦੇ ਵਿੱਚ ਜਿਹੜੇ ਇਸ਼ੂ ਸਾਡੇ ਸਾਹਮਣੇ ਆਉਂਦੇ ਨੇ, ਜੋ ਸਾਡੇ ਨਾਲ ਜ਼ਾਤੀਆਂ ਧੱਕੇਸ਼ਾਹੀਆਂ ਹੁੰਦੀਆਂ ਨੇ, ਜੋ ਸਾਡੇ ਨਾਲ ਇਨਜਸਟਿਸਿਸ ਹੁੰਦੇ ਨੇ, ਅਸੀਂ ਨਾਲ ਦੇ ਨਾਲ ਉਹਨਾਂ ਨੂੰ ਐਡਰੈਸ ਕਰਦੇ ਹੋਏ ਅੱਗੇ ਵੱਧਦੇ ਹਾਂ। ਜੇ ਜਗਤਾਰ ਸਿੰਘ ਹਵਾਰਾ ਜਾਂ ਜਗਤਾਰ ਸਿੰਘ ਤਾਰਾ ਦੀ ਜਿਹੜੀ ਚਾਬੀ ਹੈ ਉਹ ਸਰਕਾਰ ਕੋਲ ਹੈ, ਔਰ ਸਾਡੀ ਜਿਹੜੀ ਲੜਾਈ ਹੈ ਉਹਨਾਂ ਨੂੰ ਰਿਹਾ ਕਰਾਉਣ ਦੇ ਨਾਲ ਨਾਲ ਇੱਕ ਵੱਡੇ ਇਸ਼ੂ ਦੀ ਵੀ ਹੈ। ਸੋ ਅਸੀਂ ਆਪਣੀ ਜਿਹੜੀ ਸਾਡੀ ਮੰਜ਼ਿਲ ਹੈ, ਅਸੀਂ ਉਹਦੇ ਵੱਲ ਵਧਣਾ, ਨਾ ਕਿ ਕਿਸੇ ਇੱਕ ਇਸ਼ੂ ਦੇ ਉੱਤੇ ਆਪਣੇ ਆਪ ਨੂੰ ਕੇਂਦਰਿਤ ਕਰਕੇ ਉੱਥੇ ਹੀ ਉਸ ਟਰੈਪ ਦਾ ਹਿੱਸਾ ਬਣ ਜਾਣਾ। ਅਸੀਂ ਬਹੁਤ ਅੱਗੇ ਜਾ ਚੁੱਕੇ ਹਾਂ। ਵਰਲਡ ਫੋਰਮਸ ਤੇ ਇਸ ਵੇਲੇ ਖਾਲਿਸਤਾਨ ਡਿਸਕਸ ਹੋ ਰਿਹਾ। ਈਵਨ ਕੱਲ ਜੈਪੁਰ ਦੇ ਵਿੱਚ ਜਿਹੜੇ ਪੂਰੇ ਭਾਰਤ ਦੇ ਡੀਜੀਪੀਸ ਤੇ ਆਈਜੀ ਦੀਆਂ ਹੋਮ ਮਿਨਿਸਟਰ ਮੀਟਿੰਗਸ ਲੈ ਰਹੇ ਨੇ, ਜਿਹੜੀ ਕਨਕਲੇਵ ਸੱਦੀ ਗਈ ਹੈ। ਇੱਕ ਪਾਸੇ ਮੀਡੀਆ ਕਹਿੰਦਾ ਕਿ ਖਾਲਿਸਤਾਨ ਦੀ ਮੂਵਮੈਂਟ ਨਹੀਂ ਹੈ, ਮੁੱਠੀ ਪਰ ਲੋਕ ਖਾਲਿਸਤਾਨ ਦੀ ਗੱਲ ਕਰਦੇ ਨੇ, ਸਾਨੂੰ ਉਹ ਆਈਸੋਲੇਸ਼ਨ 'ਚ ਰੱਖਦੇ ਨੇ, ਸਾਡੀਆਂ ਖਬਰਾਂ ਨੂੰ ਬਲੈਕ ਲਿਸਟ ਕਰਕੇ, ਬਲੈਕਆਊਟ ਦੇ ਕੇ ਬਾਹਰ ਰੱਖਿਆ ਹੋਇਆ ਅਖਬਾਰਾਂ ਦੇ ਸਫ਼ਿਆਂ ਤੋਂ। ਪਰ ਦੂਜੇ ਪਾਸੇ ਜਿਹੜੀ ਕੱਲ ਪੂਰੇ ਦੇਸ਼ ਦੇ ਵਿੱਚ ਡੀਜੀਪੀਸ ਤੇ ਆਈਜੀਪੀਸ ਦੀ ਹੋਮ ਮਿਨਿਸਟਰ ਮੀਟਿੰਗ ਲੈ ਰਿਹਾ, ਉਹਦੇ ਵਿੱਚ ਜਿਹੜਾ ਮੇਨ ਇਸ਼ੂ ਹੈ ਉਹ ਖਾਲਿਸਤਾਨ, ਉਹਦੇ 'ਚ ਡਿਸਕਸ ਖਾਲਿਸਤਾਨ ਹੋ ਰਿਹਾ। ਜੇ ਬਾਈਡਨ ਮੋਦੀ ਨੂੰ ਮਿਲਦਾ ਤੇ ਖਾਲਿਸਤਾਨ ਡਿਸਕਸ ਹੁੰਦਾ, ਜੇ ਟਰੂਡੋ ਮੋਦੀ ਨੂੰ ਮਿਲਦਾ ਤੇ ਤਾਂ ਖਾਲਿਸਤਾਨ ਡਿਸਕਸ ਹੁੰਦਾ। ਜੇ ਪੂਰੇ ਦੇਸ਼ ਦੇ ਜਿਹੜੀਆਂ ਸਿਕਿਉਰਿਟੀ ਫੋਰਸਿਸ ਅੱਜ ਮਿਲ ਰਹੀਆਂ ਨੇ ਜੈਪੁਰ, ਉੱਥੇ ਖਾਲਿਸਤਾਨ ਡਿਸਕਸ ਹੋ ਰਿਹਾ, ਤੇ ਹੋਰ ਫਿਰ ਖਾਲਿਸਤਾਨ ਦੇ ਜਿਉਂਦੇ ਹੋਣ ਦਾ ਪ੍ਰਮਾਣ ਤੁਹਾਨੂੰ ਕਿੱਥੋਂ ਦੇਈਏ? ਭਾਈ ਅਮਰਪਾਲ ਸਿੰਘ ਦੀ ਤੇ ਉਹ ਮੰਗਦੀ ਉਹਨੂੰ ਬੜ ਕੇ ਦਿੰਦੇ ਕਰ ਦਿੱਤਾ। ਚਲੋ ਜੇ ਸਾਨੂੰ ਵੀ ਕਰ ਦੇਣਗੇ ਤੇ ਸਾਡੇ ਤੋਂ ਬਾਅਦ ਅੱਗੋਂ ਤਿਆਰ ਨੇ ਸਾਡੇ ਨੌਜਵਾਨ ਜਿਹੜੇ ਸਾਡੀ ਜਗ੍ਹਾ ਲੈਣਗੇ। ਇਹ
ਇਹ ਲਿਸਟ ਨਹੀਂ ਮੁੱਕਣੀ, ਇਹ ਨਾਮ ਨਹੀਂ ਮੁੱਕਣੇ, ਇਹ ਚੱਲਦੇ ਰਹਿਣਗੇ। ਜਿਹੜਾ ਜਿਹਨੂੰ ਅੰਦਰ ਦੇਣਗੇ ਉਹਦੇ ਪਿੱਛੇ ਕਈ ਸੈਂਕੜੇ ਖੜੇ ਨੇ, ਤਿਆਰ ਨੇ, ਜਿਹੜੇ ਇਸ ਲੜੀ ਨੂੰ ਤੋਰੀ ਰੱਖਣਗੇ। ਔਰ ਜਦ ਤੱਕ ਸਾਨੂੰ ਆਜ਼ਾਦੀ ਨਹੀਂ ਮਿਲਦੀ, ਖਾਲਿਸਤਾਨ ਅਸੀਂ ਬਣਾ ਨਹੀਂ ਲੈਂਦੇ, ਸਾਡੀ ਇਹ ਲੜੀ ਟੁੱਟਣ ਵਾਲੀ ਨਹੀਂ ਹੈ। ਬੰਦੀ ਸਿੰਘਾਂ ਦੀ ਗੱਲ ਕੀਤੀ ਹੈ ਤੁਸੀਂ, ਤੇ ਬੰਦੀ ਸਿੰਘ ਤੇ ਹੁਣ ਵੀ 2 ਦਿਨ ਪਹਿਲਾਂ ਇੱਕ ਨੌਜਵਾਨ ਜਿਹੜਾ ਕਿ ਅਰਦਾਸ ਬੇਨਤੀ ਕਰਕੇ ਵਾਪਸ ਆ ਰਿਹਾ ਕਿ ਦਿੱਲੀ ਦੀ ਧਰਤੀ ਤੋਂ ਚੁੱਕ ਲਿਆ ਜਾਂਦਾ ਜਾ ਕੇ ਪੰਜਾਬ ਤੋਂ। ਕਿੰਨਾ ਜਦ ਤੱਕ ਖਾਲਿਸਤਾਨ ਨਹੀਂ ਬਣਦਾ, ਜਦ ਤੱਕ ਲੜਦੇ ਆ ਬੰਦੀ ਸਿੰਘ ਬਣਦੇ ਰਹਿਣਗੇ। ਪਹਿਲੇ ਆਉਂਦੇ ਰਹਿਣਗੇ, ਨਵੇਂ ਬਣਦੇ ਰਹਿਣਗੇ। ਲੜਾਈ ਜਾਰੀ ਹੈ, ਜੰਗ ਜਾਰੀ ਹੈ, ਔਰ ਜੰਗ ਦੇ ਵਿੱਚ ਬੰਦੀ ਬਣਦੇ ਹੁੰਦੇ ਨੇ। ਅੱਜ ਵੀ ਸੰਘਰਸ਼ ਦੇ ਦਰਮਿਆਨ ਫਾਂਸੀ ਦਾ ਰਸਾ ਚੁੰਮਣ ਵਾਲਿਆਂ ਦੀ ਆਪਾਂ ਸ਼ਹੀਦੀ ਦੇ ਰਸਾ ਰਹੇ ਬਿਲਕੁਲ। ਪਰ ਇੱਕ ਤੇ ਫਾਂਸੀ ਦੇ ਰਸੇ ਨੂੰ ਲੈ ਕੇ ਆਪਾਂ ਵਿਲੜੀਆਂ ਕੱਢਣ ਦੇ 12 ਸਾਲਾਂ ਤੋਂ ਇਹਦੀ ਫਾਂਸੀ ਨੂੰ ਰੋਕ, ਜਦਕਿ ਉਹਨੂੰ ਜਿੰਦਾ ਸ਼ਹੀਦ ਦੀ ਕਰਾਰ ਦੇ ਦਿੱਤਾ ਗਿਆ, ਉਹਨੂੰ ਕੋਈ ਰੋਸ ਨਹੀਂ। ਅਸੀਂ ਬਹੁਤ ਕਲੀਅਰ ਹਾਂ, ਜਿਹੜੇ ਜੰਗਾਂ ਦੇ ਕੈਦੀ ਹੁੰਦੇ ਨੇ ਉਹ ਤਰਲੇ ਮਿੰਦਾਂ ਨਾਲ ਬਾਹਰ ਨਹੀਂ ਆਉਂਦੇ। ਉਹ ਡੀਸੀ ਨੂੰ ਮੈਮੋਰੈਂਡਮ ਦੇਣ ਦੇ ਨਾਲ ਬਾਹਰ ਨਹੀਂ ਆਉਂਦੇ। ਉਹਨਾਂ ਲਈ ਸੰਘਰਸ਼ ਜਾਰੀ ਰੱਖਣਾ ਪੈਂਦਾ। ਸੰਘਰਸ਼ ਦੇ ਵਿੱਚ ਵਜ਼ਨ ਹੋਏਗਾ, ਕੌਮ ਸਾਥ ਦੇਗੀ ਤੇ ਇਹ ਲੋਕ ਬਾਹਰ ਆਉਣਗੇ, ਚਾਹੇ ਕਾਨੂੰਨੀ ਪ੍ਰਕਿਰਿਆ ਰਾਹੀਂ ਆਉਣ ਤੇ ਚਾਹੇ ਡੀਲ ਦੇ ਵਿੱਚ ਆਉਣ। ਜੇ ਨਾਗਾਲੈਂਡ ਦੇ ਨਾਲ ਐਗਰੀਮੈਂਟ ਹੋਈ ਹੈ ਤੇ ਉਹਨਾਂ ਦੇ ਕੈਦੀ ਛੱਡਣੇ ਪਏ ਨੇ। ਜੇ ਪਿਛਲੇ ਹਫਤੇ ਉਲਫਾ ਦੇ ਨਾਲ ਐਗਰੀਮੈਂਟ ਹੋਇਆ ਤੇ ਉਹਨਾਂ ਦੇ ਸਾਰੇ ਜਿਹੜੇ ਕੈਦੀ ਸੀ ਉਲਫਾ ਦੇ, ਉਹ ਗਵਰਨਮੈਂਟ ਆਫ ਇੰਡੀਆ ਨੇ ਕਮਿਟ ਕੀਤਾ ਕਿ ਅਸੀਂ ਰਿਲੀਜ਼ ਕਰਾਂਗੇ। ਤੇ ਜਿਸ ਦਿਨ ਗਵਰਨਮੈਂਟ ਆਫ ਇੰਡੀਆ ਨੂੰ ਅਸੀਂ ਆਪਣੀਆਂ ਨੀਲਸ ਤੇ ਲਿਆ ਕੇ ਆਪਣੇ ਸਾਹਮਣੇ ਬਿਠਾ ਕੇ ਨੈਗੋਸ਼ੀਏਸ਼ਨ ਕਰਾਂਗੇ, ਉਸ ਦਿਨ ਇਹ ਜੰਗੀ ਕੈਦੀ ਵੀ ਸਾਰੇ ਬਾਹਰ ਆਉਣਗੇ। 36 ਲੱਖ ਸੰਗਤਾਂ ਨੇ ਬੰਦੀ ਸਿੰਘਾਂ ਨੂੰ ਰਿਹਾਈ ਕਰਨ ਦੇ ਲਈ ਆਪਣੇ ਮੋਹਰ ਲਾ ਦਿੱਤੀ, ਫਾਰਮ ਭਰ ਦਿੱਤੇ। ਉਹਦੇ ਲਈ 20 ਦਸੰਬਰ ਨੂੰ ਇੱਕ ਮਾਰਚ ਰੱਖਿਆ ਗਿਆ, ਬਾਅਦ ਤੋਂ ਸਾਰੀਆਂ ਤਿਆਰੀਆਂ ਕਰਨ ਤੋਂ ਬਾਅਦ ਰੱਦ ਕਰ ਦਿੱਤਾ ਗਿਆ। ਜਦੋਂ ਆਪਾਂ ਪ੍ਰੋਟੈਸਟ ਹੀ ਵਾਪਸ ਲੈਣਾ ਵੀ ਕਦੋਂ ਹੋਊਗਾ ਜੀ? ਕੈਂਸਲ ਕੀਤਾ ਉਹਨਾਂ ਨੂੰ ਪੁੱਛਣਾ ਇਹ ਸਵਾਲ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਕੈਂਸਲ ਕੀਤਾ, ਸਾਡੇ ਵਾਸਤੇ ਨਹੀਂ। ਕੈਂਸਲ ਨਹੀਂ ਸੀ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ ਸੀ, ਨਹੀਂ ਕਰਨਾ ਚਾਹੀਦਾ ਸੀ। ਜਾਣਾ ਹੀ ਸੀ ਨਾ, ਉਹਦੇ ਵਿੱਚ ਪਾਰਟ ਬਣਦਾ ਸੀ ਕਿਸੇ ਤਰੀਕੇ, ਹੋਰ ਵੀ ਜਿੱਥੇ ਬੰਦੀਆਂ ਨੇ ਸਾਰਿਆਂ ਨੇ ਬਣਨਾ ਸੀ, ਉਹ ਨਹੀਂ ਕੈਂਸਲ ਕਰਨਾ ਚਾਹੀਦਾ ਸੀ। ਪਰ ਜਿਨ੍ਹਾਂ ਨੇ ਆਰਗੇਨਾਈਜ਼ ਕਰਨਾ ਸੀ, ਜਿਨ੍ਹਾਂ ਨੇ ਐਲਾਨ ਕੀਤਾ, ਉਹਨਾਂ ਨੇ ਵਿਡਰਾਅ ਕੀਤਾ। ਇਹ ਸਵਾਲ ਉਹਨਾਂ ਨੂੰ ਬਣਦਾ। ਕੀ ਕਾਰਨ ਹੋ ਸਕਦਾ ਇਹਦੇ ਪਿੱਛੇ ਵਿਡਰਾਅ ਕਰਨ ਦਾ? ਉਹਨਾਂ ਨੂੰ ਕੋਈ ਇੰਡੀਕੇਸ਼ਨਸ ਹੋ ਸਕਦੇ ਨੇ, ਉਹਨਾਂ ਨੂੰ ਕੁਝ ਵੀ ਹੋ ਸਕਦਾ, ਪਰ ਇਹ ਸਵਾਲ ਇਹ ਜਵਾਬ ਉਹ ਦੇਣਗੇ ਕਿ ਉਹਨਾਂ ਨੇ ਕਿਉਂ ਕੀਤਾ। ਜਿੱਥੇ ਦਾ ਕੌਂਕੇ ਦਾ ਤੁਸੀਂ ਜ਼ਿਕਰ ਕੀਤਾ, 31 ਸਾਲ ਬਾਅਦ ਕੌਮ ਨੂੰ ਪਤਾ ਲੱਗਾ ਕੀ ਕਾਰਨ ਸੀ, ਕਿੱਥੇ ਕਮੀਆਂ ਰਹਿ ਗਈਆਂ। 2010 ਦੇ ਰਿਪੋਰਟ ਜਨਤਕ ਹੁੰਦੀ ਹੈ, ਜਨਤਕ ਰਿਪੋਰਟ ਹੋਣ ਤੋਂ ਬਾਅਦ ਦੇ ਵਿੱਚ ਵੀ ਆਪਣੀਆਂ ਦੇਖੋ 1998 ਦੇ ਵਿੱਚ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਕਹਿਣ ਤੇ ਜਾਂਚ ਸ਼ੁਰੂ ਹੁੰਦੀ ਹੈ। 1999 ਦੇ ਵਿੱਚ ਜਾਂਚ ਪੂਰੀ ਹੁੰਦੀ ਹੈ, ਰਿਪੋਰਟ ਤਿਆਰ ਹੁੰਦੀ ਹੈ, ਗਵਰਨਮੈਂਟ ਆਫ ਪੰਜਾਬ ਨੂੰ ਸੌਂਪੀ ਜਾਂਦੀ ਹੈ। ਪ੍ਰਕਾਸ਼ ਸਿੰਘ ਬਾਦਲ ਵਾਸ ਚੀਫ ਮਿਨਿਸਟਰ। ਉਹਨੇ ਔਰ ਸੈਕਟਰੀਏਟ ਦੀਆਂ ਜਿਹੜੀਆਂ ਉੱਥੇ ਅਲਮਾਰੀਆਂ ਸੀ, ਉਹਦੇ 'ਚ ਫਾਈਲ ਜਿਹੜੀ ਗੁੰਮ ਹੋ ਗਈ ਦਾ ਮਤਲਬ ਗੁੰਮ ਕਰ ਦਿੱਤੀ ਗਈ, ਦੱਬ ਲਈ ਗਈ। ਮੈਂ ਕਹਾਂਗਾ ਦੱਬ ਲਈ ਗਈ, ਡੈਲੀਬਰੇਟਲੀ ਦੱਬ ਲਈ ਗਈ। ਮੈਂ ਤੁਹਾਨੂੰ ਕਾਰਨ ਦੱਸਦਾ। 2011 ਦੇ ਵਿੱਚ ਇਹ ਰਿਪੋਰਟ HS ਬਾਵਾ ਜਿਹੜੇ ਜਲੰਧਰ ਦੇ ਪੱਤਰਕਾਰ ਸੀ, ਉਹਨਾਂ ਨੇ ਇਹ ਪਹਿਲੀ ਵਾਰ ਰਿਪੋਰਟ ਨਸ਼ਰ ਕੀਤੀ ਸੀ। ਸਪੋਕਸਮੈਨ ਦੇ ਫਰੰਟ ਪੇਜ ਤੇ ਲੱਗੀ ਸੀ। ਜਦੋਂ ਉਹਨਾਂ ਨੇ ਅਜੀਤ ਛੱਡ ਕੇ ਜਦੋਂ ਸਪੋਕਸਮੈਨ 'ਚ ਗਏ ਨੇ, ਉਹਨਾਂ ਨੇ ਪਹਿਲੀ ਵਾਰ ਇਹ ਜਿਹੜੀ ਰਿਪੋਰਟ ਹੈ ਨਸ਼ਰ ਕੀਤੀ ਸੀ 2011 ਵਿੱਚ। ਉਦੋਂ ਵੀ ਬਹੁਤ ਰੌਲਾ ਪਿਆ, ਉਦੋਂ ਵੀ ਰੌਲਾ ਪਿਆ। ਅਸੀਂ ਭੁੱਲ ਗਏ ਹਾਂ, ਜਿਹੜੇ ਅਸੀਂ ਅੱਜ ਐਕਟਿਵ ਆ ਨਾ, ਇਹ ਭੁੱਲ ਗਏ ਹਾਂ। ਇਹ 2011 'ਚ ਵੀ ਇਸ ਰਿਪੋਰਟ ਤੇ ਪੂਰਾ ਰੌਲਾ ਪੈ ਚੁੱਕਾ ਹੈ। ਇਹ ਤੀਜੀ ਵਾਰ ਹੈ ਕਿ ਦੁਬਾਰਾ ਰਿਪੋਰਟ ਸਾਹਮਣੇ ਆਈ ਹੈ, ਪਰ ਇਸ ਵਾਰ ਇੰਨਾ ਹੋਇਆ ਕਿ ਇਸ ਵਾਰ ਅਖਬਾਰਾਂ ਤੋਂ ਨਿਕਲ ਕੇ ਜਥੇਦਾਰ ਦੇ ਸਕੱਤਰੇ 'ਚ ਪਹੁੰਚ ਗਈ ਤੇ ਉਹਨਾਂ ਨੇ ਅੱਗੋਂ ਸ਼੍ਰੋਮਣੀ ਕਮੇਟੀ ਨੂੰ ਡਿਊਟੀ ਲਾਤੀ ਤੇ ਇਹ ਜਿਹੜੀ ਰਿਪੋਰਟ ਹੈ ਖੁੱਲ੍ਹ ਕੇ ਪਬਲਿਕ ਡੋਮੇਨ ਦੇ ਵਿੱਚ ਡਿਸਕਸ਼ਨ 'ਚ ਆ ਗਈ। ਜਥੇਬੰਦੀਆਂ ਤੱਕ ਪਹੁੰਚੀ ਤੇ ਜਥੇਬੰਦੀਆਂ ਨੇ ਇਹਦਾ ਨੋਟਿਸ ਲਿਆ। ਪਰ ਜਿਨ੍ਹਾਂ ਨੇ 1998 ਦੇ ਵਿੱਚ ਜਾਂਚ ਕਰਾਈ, ਜਿਸ ਅਕਾਲੀ ਦਲ ਨੇ, ਉਹਨੇ ਉਦੋਂ ਵੀ ਨਹੀਂ ਬੋਲਿਆ। ਜਦੋਂ 2011 ਦੇ ਵਿੱਚ ਰਿਪੋਰਟ ਸਾਹਮਣੇ ਆਈ, ਉਦੋਂ ਵੀ ਅਕਾਲੀ ਦਲ ਚੁੱਪ ਰਿਹਾ ਤੇ ਅਕਾਲੀ ਦਲ ਅੱਜ ਵੀ ਚੁੱਪ ਹੈ। ਅਕਾਲੀ ਦਲ ਦਾ ਕੋਈ ਨੇਤਾ ਅਕਾਲ ਤਖਤ ਤੇ ਜਦੋਂ ਭੋਗ ਪਿਆ ਨਹੀਂ ਪਹੁੰਚਿਆ।
परसों ਉਹਨਾਂ ਦੀ ਕੋਰ ਕਮੇਟੀ ਦੀ ਚੰਡੀਗੜ੍ਹ ਮੀਟਿੰਗ ਹੋਈ ਹੈ, ਉਹ 'ਚ ਉਹਨਾਂ ਨੇ ਇਸ ਨੂੰ ਡਿਸਕਸ ਨਹੀਂ ਕੀਤਾ, ਉਹਨਾਂ ਨੇ ਆਪਣੇ ਬੁੱਲ ਨਹੀਂ ਖੋਲੇ ਇਸ ਮਸਲੇ ਤੇ। ਉਹ ਅੱਜ ਵੀ ਚੁੱਪ ਨੇ। ਕਿਉਂ? ਕਿਉਂਕਿ ਮੈਂ ਪਹਿਲਾਂ ਸਟਾਰਟ ਤੋਂ ਕਿਹਾ ਸੀ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ, ਬਿਊਰੋਕ੍ਰੇਸੀ, ਪੁਲਿਸ, ਸਿਕਿਉਰਿਟੀ ਫੋਰਸਿਸ ਇੱਕ ਮੰਤ ਨੇ ਸਾਡੇ ਖੂਨ, ਜਿਹੜੇ ਸਾਡਾ ਖੂਨ ਡੁੱਲਿਆ ਉਹਦੇ 'ਚੋਂ ਇੱਕ ਮਤ ਨੇ ਥੱਲੇ, ਔਰ ਉਹ ਇਹ ਖਾਲਿਸਤਾਨੀ ਨਹੀਂ ਹੈ। ਅਸੀਂ ਪੋਲੀਟੀਕਲ ਨਹੀਂ, ਅਸੀਂ ਖਾਲਿਸਤਾਨੀ ਹਾਂ। ਨਹੀਂ, ਆਈਡੀਓਲੋਜੀਕਲ ਗੱਲ ਕਰ ਰਿਹਾ ਮੈਂ, ਆਈਡੀਓਲੋਜੀਕਲ ਗੱਲ ਕਰ ਰਿਹਾ ਕਿ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਨੇ, ਜਿਹੜੀਆਂ ਮੇਨ ਸਟ੍ਰੀਮ ਹਿੰਦੁਸਤਾਨੀ ਪਾਰਟੀਆਂ ਨੇ, ਪ੍ਰੋ ਇੰਡੀਆ ਪਾਰਟੀਆਂ ਨੇ, ਚਲੋ ਮੈਂ ਇੱਦਾਂ ਹੋਰ ਥੋੜਾ ਜਿਹਾ ਹੋਰ ਕਲੀਅਰ ਕਰ ਦਿੰਦਾ, ਪ੍ਰੋ ਇੰਡੀਅਨ ਪਾਰਟੀਆਂ, ਕਾਂਗਰਸ, ਆਪ, बीजेपी, अकाली दल, प्रो इंडियन पार्टीज। क्लियर हो गया? प्रकाश सिंह बादल वाला होर केड़ा अकाली दल, और क्लियर कर लो। प्रो इंडियन पार्टीज, जुडिशरी ते फोर्सिस, जिन्हों ते एक जिहड़ी डीप स्टेट है, ये सारियां एकमत ने पंजाब दे विच जिहड़ा सिखां दा जेनोसाइड होया उस मसले ते। इस करके बादल ना 98 च बोल पाया, ना 2011 च बोल पाया, ना अज बोल सकता। ਅੱਜ ਵੀ ਹੁਣ ਸਿਰਫ ਇੱਕ ਚਰਚਾ ਦਾ ਵਿਸ਼ਾ ਬਣਿਆ, ਇਸ ਤੋਂ ਕਿਤੇ ਕੁਝ ਨਹੀਂ ਹੋ ਰਿਹਾ ਜੀ। ਜਦੋਂ ਸਾਡੇ ਕੋਲ ਸੱਤਾ ਹੋਊਗਾ ਤਾਂ ਕਰਕੇ ਵਿਖਾਵਾਂਗੇ। ਚਰਚਾ ਵੀ ਇੰਨੀ ਜ਼ਿਆਦਾ ਹੋ ਗਈ ਹੈ, ਚਰਚਾ ਵੀ ਉਹਦੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਚਰਚਾ ਨਹੀਂ, ਹਿੰਦੁਸਤਾਨ ਦਾ ਜਿਹੜਾ ਕਰੂਪ ਚਿਹਰਾ ਹੈ ਨਾ, ਉਹ ਨੰਗਾ ਕਰ ਦਿੱਤਾ। ਚਰਚਾ ਹੀ ਹੋਈ ਹੈ ਜਿਹੜੀ ਟਰੂਡੋ ਨੇ ਇੱਕ ਸਟੇਟਮੈਂਟ ਦਿੱਤੀ ਪਾਰਲੀਮੈਂਟ ਦੇ ਵਿੱਚ, ਚਰਚਾ ਹੀ ਹੋਈ ਹੈ ਜਿਹੜੀ ਬਾਈਡਨ ਨੇ ਨਿਖਿਲ ਗੁਪਤਾ ਨੂੰ ਇੰਡਾਈਟ ਕਰ ਦਿੱਤਾ, ਚਰਚਾ ਹੀ ਹੋਈ ਹੈ। ਅਮਰੀਕਾ ਨੇ ਕੋਈ ਬੰਬ ਨਹੀਂ ਸੁੱਟ ਦਿੱਤਾ ਇੰਡੀਆ ਤੇ, ਪਰ ਉਹ ਬੰਬ ਨਾਲ ਘੱਟ ਨਹੀਂ ਜਿਹੜਾ ਉਹਨੇ ਇੰਡਾਈਟ ਕਰ ਦਿੱਤਾ ਨਿਖਿਲ ਗੁਪਤਾ ਨੂੰ। ਦੈਟ ਇਜ਼ ਨਾਟ ਲੈਸ ਦੈਨ ਅ ਬੰਬ। ਜੋ ਟਰੂਡੋ ਨੇ ਚਰਚਾ ਹੀ ਕੀਤੀ ਸੀ ਤੇ ਬੰਬ ਡਿੱਗਾ ਸੀ ਇੰਡੀਆ ਤੇ, ਬਾਈਡਨ ਨੇ ਇੰਡਾਈਟ ਕੀਤਾ ਤੇ ਬੰਬ ਗਿਰ ਗਿਆ ਇੰਡੀਆ ਦੇ ਉੱਤੇ। ਸੋ ਜਿਹੜਾ ਕੌਂਕੇ ਦੀ ਵੀ ਚਰਚਾ ਹੀ ਜਿਹੜੀ ਹੋ ਰਹੀ ਹੈ ਨਾ, ਉਹਨੇ ਐਕਸਪੋਜ਼ ਕਰ ਦਿੱਤਾ ਇੰਡੀਅਨ ਬਰੂਟਲ ਸਿਸਟਮ। ਜਥੇਦਾਰ ਕੌਂਕੇ ਦੇ ਮਾਮਲੇ ਦੇ ਵਿੱਚ ਐਜੀਪੀਸੀ ਦਾ ਪਹਿਲੋਂ ਕੀ ਰੋਲ ਰਿਹਾ ਤੇ ਹੁਣ ਸਕੱਤਰੇਤ ਦੇ ਜਥੇਦਾਰ ਸਾਹਿਬ ਤੇ ਐਜੀਪੀਸੀ ਦਾ ਕਿਸ ਤਰ੍ਹਾਂ ਦਾ ਰੋਲ ਜਿਹੜਾ ਚੱਲ ਰਿਹਾ, ਮੰਨੋਗੇ ਤੁਸੀਂ ਇਹਨੂੰ ਕਿ ਠੀਕ ਚੱਲ ਰਿਹਾ? ਮਾਨ ਸਾਹਿਬ ਦਿੰਦੇ ਜਵਾਬ। ਜਿਹੜਾ ਖੌਂਕਾ ਸਾਹਿਬ ਦਾ ਮਾਮਲਾ ਹੈ ਜੀ, ਇਹਦੇ ਬਾਰੇ ਸੱਚ ਇਹ ਹੈ ਕਿ ਇਹ ਹਿਊਮਨ ਰਾਈਟਸ ਵਾਲਿਆਂ ਨੇ ਨਹੀਂ ਕੱਢਿਆ। ਜਨਰਲ ਨਰਿੰਦਰ ਸਿੰਘ ਹਿਊਮਨ ਰਾਈਟਸ ਦੇ ਇੱਕ ਬਹੁਤ ਵੱਡੇ ਅਹੁਦੇਦਾਰ ਸੀ ਤੇ ਮੈਂ ਸਿਮਰਨਜੀਤ ਸਿੰਘ ਮਾਨ, ਮੈਂ ਉਸ ਵੇਲੇ ਮੈਂਬਰ ਪਾਰਲੀਮੈਂਟ ਵੀ ਸੀ। ਅਸੀਂ ਬਾਦਲ ਸਾਹਿਬ ਦੇ ਕੋਲੇ ਗਏ ਸੀਗੇ, ਉੱਥੇ ਬਾਦਲ ਸਾਹਿਬ ਨੂੰ ਕਿਹਾ ਕਿ ਜਥੇਦਾਰ ਕੌਂਕੇ ਨੂੰ ਇੱਕ ਇੱਕ ਗੁੱਟ ਵੱਢ ਕੇ ਤੇ ਪਲਾਸਟਿਕ ਦੀਆਂ ਫਰਟੀਲਾਈਜ਼ਰ ਦੀਆਂ ਬੋਰੀਆਂ 'ਚ ਪਾ ਕੇ ਸਤਲੁਜ ਦੇ ਵਿੱਚ ਬੇੜੀ ਲਿਜਾ ਕੇ ਤੇ ਉਹ ਸਾਰੀਆਂ ਬੋਰੀਆਂ ਨੂੰ ਪਾਣੀ ਦੇ ਵਿੱਚ ਸੁੱਟਿਆ ਗਿਆ ਮੱਛੀਆਂ ਦੇ ਲਈ, ਤੇ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਇਹ ਸਾਡੇ ਦੋਨਾਂ ਦੇ ਕਰਕੇ ਬਾਦਲ ਸਾਹਿਬ ਨੇ ਮਨਜ਼ੂਰੀ ਦਿੱਤੀ ਸੀ ਕਿ ਇਹ ਇਨਕੁਆਇਰੀ ਹੋਵੇ। ਤੇ ਬੀਪੀ ਤਿਵਾੜੀ ਇੱਕ ਬਹੁਤ ਓਨੈਸਟ ਆਫਿਸਰ ਸੀਗੇ, ਉਹਨਾਂ ਨੇ ਸਾਰਾ ਕੁਝ ਘਿਓ ਦਾ ਘਿਓ, ਪਾਣੀ ਦਾ ਪਾਣੀ ਕਰਕੇ ਆਪਣੀ ਰਿਪੋਰਟ ਦੇਤੀ। ਇਸ ਨੂੰ ਅਸੀਂ ਅਸ਼ਰ ਉਸੇ ਵੇਲੇ ਕਰਤਾ ਸੀਗਾ ਜਦੋਂ ਤਿਵਾੜੀ ਸਾਹਿਬ ਦੀ ਨਿਕਲੀ ਹੈ, ਤੇ ਅਸੀਂ ਹਾਈ ਕੋਰਟ ਦੇ ਵਿੱਚ ਮੁਕੱਦਮਾ ਵੀ ਕੀਤਾ ਸੀਗਾ। ਤੇ ਜਸਕਰਨ ਸਿੰਘ ਜਿਹੜੇ ਸਾਡੇ ਮੈਂਬਰ ਸੀਗੇ ਪਾਰਟੀ ਦੇ ਸੀਨੀਅਰ, ਉਹ ਉਸ ਵੇਲੇ ਕੌਂਕੇ ਸਾਹਿਬ ਜਦੋਂ ਡਿਟੇਨ ਹੋਏ ਸੀਗੇ ਉਸੇ ਜੇਲ੍ਹ ਦੇ CIA ਸੈਂਟਰ ਦੇ ਵਿੱਚ, ਉਹ ਵੀ ਡਿਟੇਨ ਹੋਏ ਸੀਗੇ। ਉਹਨਾਂ ਦਾ ਹਰਫੀਆ ਬਿਆਨ ਲੈ ਕੇ ਅਸੀਂ ਹਾਈ ਕੋਰਟ ਦੇ ਵਿੱਚ, ਸਾਡੇ ਜਿਹੜੇ ਵਕੀਲ ਹੈਗੇ ਆ ਰੰਜਨ ਲਖਨਪਾਲ ਜੀ, ਉਹਨਾਂ ਦੇ ਰਾਹੀਂ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਸੀ ਕਿ ਇਹਦੀ CBI ਦੀ ਇਨਕੁਆਇਰੀ ਕੀਤੀ ਜਾਵੇ। ਪਰ ਸਾਡੀ ਜਿਹੜੀ ਰਿਟ ਪਟੀਸ਼ਨ ਸੀ ਉਹ ਹਾਈ ਕੋਰਟ ਨੇ ਰੱਦ ਕਰਤੀ ਸੀਗੀ। ਸੋ ਇਹ ਫੈਕਟਸ ਨੇ ਕਿ ਅਸੀਂ ਅਣਗਹਿਲੀ ਨਹੀਂ ਕੀਤੀ ਹੈ। ਅਸੀਂ ਬਿਲਕੁਲ ਸਾਰੇ ਜਿੰਨੇ ਵੀ ਜ਼ਬਰ ਹੋਏ ਹੈ ਉੱਥੇ ਮੁੱਢ ਤੱਕ ਪਹੁੰਚੇ ਹੈ ਤੇ ਅਸੀਂ ਆਪਣਾ ਕੰਮ ਜਾਰੀ ਰੱਖਿਆ।
ਇਹੋ ਜਿਹੀ ਕੋਈ ਗੱਲ ਨਹੀਂ ਕਿ ਹਿਊਮਨ ਰਾਈਟਸ ਨੇ ਕਰਤਾ, ਫਲਾਣੇ ਨੇ ਕਰਤਾ। ਇਹ ਰਿਕਾਰਡ ਦੇ ਉੱਤੇ ਹੈ ਕਿ ਸਾਡੀ ਰਿਟ ਵੀ ਹੋਈ ਹੈ ਤੇ ਜਸਕਰਨ ਸਿੰਘ ਜੀ ਦੇ ਬਿਆਨ ਵੀ ਹੈਗੇ ਹੈ ਕਿ ਕਿਵੇਂ ਕਿਵੇਂ ਉਹਨੂੰ ਵੱਢ ਕੇ ਇਸ ਤਰ੍ਹਾਂ ਟੂਣੀ ਤੋਂ, ਮੋਢੇ ਤੋਂ ਟੋਟੇ ਟੋਟੇ ਕਰਕੇ ਫਰਟੀਲਾਈਜ਼ਰ ਦੀਆਂ ਜਿਹੜੀਆਂ ਬੋਰੀਆਂ ਹੁੰਦੀਆਂ 50 ਕਿਲੋ ਦੀਆਂ, ਉਹ ਪਲਾਸਟਿਕ ਦੀਆਂ ਹੁੰਦੀਆਂ, ਉਹਨਾਂ ਦੇ ਵਿੱਚ ਪਾ ਕੇ ਫਿਰ ਸਤਲੁਜ ਦੇ ਵਿੱਚ ਉਹ ਸਾਰੀ ਉਹਦੀ ਬੋਡੀ ਟੋਟੇ ਮੱਛੀਆਂ ਨੂੰ ਖਵਾਤੀਆਂ। ਮਤਲਬ ਐਜੀਪੀਸੀ ਦੇ ਹੱਥਾਂ 'ਚ ਸਾਰਾ ਕੁਝ ਕੰਮ ਆ ਗਿਆ ਹੁਣ ਤੱਕ ਤੱਕ ਕੋਕੇ ਦੇ ਕਾਤਲਾਂ ਨੂੰ ਕਾਰਵਾਈ ਕਰਾਉਣ ਦੇ ਲਈ ਕੀ ਮੰਨਦੇ ਆ ਕਿ ਉਹ ਆਪਣਾ ਰੋਲ ਸਹੀ ਤਰੀਕੇ ਨਾਲ ਅਦਾ ਕਰਦੇ ਕਿ ਅਸੀਂ? ਇਹ ਪਹਿਲਾ ਜਥੇਦਾਰ ਹੈ ਜੀ, ਕੋਈ ਉਸ ਤੋਂ ਬਾਅਦ ਜਥੇਦਾਰ ਕੋਈ ਬੋਲਿਆ ਨਹੀਂ ਹੈ ਇਸ ਬਾਰੇ। ਅਕਾਲ ਤਖਤ ਦੇ ਜਥੇਦਾਰ ਸਾਰੇ ਖਾਮੋਸ਼ ਰਹੇ ਹੈ, ਕੋਈ ਵੀ ਨਹੀਂ ਬੋਲਿਆ, ਜਿਹੜਾ ਸਾਨੂੰ ਬਹੁਤ ਅਫਸੋਸ ਨਾਲ ਕਰਨਾ ਪੈਂਦਾ ਕਿ ਇੱਕ ਉਹਨਾਂ ਦਾ ਜਥੇਦਾਰ ਇਸ ਤਰ੍ਹਾਂ ਟੋਟੇ ਟੋਟੇ ਕਰਕੇ ਵੱਢ ਕੇ ਸਿੱਟ ਦਿੱਤਾ ਹੋਵੇ ਤੇ ਕਿਸੇ ਵੀ ਅਕਾਲ ਤਖਤ ਦੇ ਜਥੇਦਾਰ ਨੇ ਆਪਣੀ ਜ਼ੁਬਾਨ ਦੇ ਨਾਲ ਇਹ ਬਿਆਨ ਨਹੀਂ ਦਿੱਤਾ, ਨਾ ਅਫਸੋਸ ਕੀਤਾ ਹੈਗਾ, ਨਾ ਕਦੇ ਉਹਨਾਂ ਦੀ ਬਰਸੀ ਤੇ ਗਏ ਹੈ, ਨਾ ਉਹਨਾਂ ਦੇ ਭੋਗ ਤੇ ਗਏ ਹੈ। ਯਾਨੀ ਰਣਵੀਰ ਸਿੰਘ ਹੁਣਾਂ ਦਾ ਕੰਮ ਸ਼ਲਾਘਾਯੋਗ ਹੈ ਜਿਹੜਾ ਹੁਣ ਇਹਨਾਂ ਨੇ ਕੀਤਾ ਹੈ ਕੋਕੇ ਦੇ ਮਾਮਲੇ ਦੇ ਵਿੱਚ। ਹਾਂ, ਦੇਰ ਆਏ ਤੇ ਦਰੁਸਤ ਆਏ, ਹਾਂ, ਠੀਕ, ਵਧੀਆ ਕਰਤਾ। ਤੁਸੀਂ ਆਪਣੇ ਪੱਧਰ ਤੇ ਕੋਈ ਕਰਨ ਜਾ ਰਹੇ ਜੀ, ਕੋਈ ਐਜੀਟੇਸ਼ਨ ਜਾਂ ਕੁਛ ਇਸ ਤਰ੍ਹਾਂ? ਮੈਂ ਤਾਂ ਜੀ ਬਹੁਤ ਕੁਝ ਕੀਤਾ, ਤੁਹਾਨੂੰ ਸੁਣਾ ਤਾਂ ਦਿੱਤਾ ਹੈ। ਫਰਦਰ ਜੇ ਤੁਹਾਡੀ ਇਮਦਾਦ ਹੋਊਗੀ ਤਾਂ ਮੈਂ ਜ਼ਰੂਰ ਕਰ ਦੂੰਗਾ ਇਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਨੇ ਇਹ ਦਾਅਵਾ ਕਰਦੇ ਨੇ ਕਿ ਸਾਡੇ ਵੱਲੋਂ ਬੰਦੀ ਸਿੰਘਾਂ ਲਈ ਵੱਡਾ ਸੰਘਰਸ਼ ਕੀਤਾ ਜਾ ਰਿਹਾ ਸੀ, ਮਾਰਚ ਵੀ ਕੱਢਣਾ ਸੀ, ਪਰ ਹੁਣ ਬੀਜੇਪੀ ਨਾਲ ਸਮਝੌਤੇ ਦੀਆਂ ਖਬਰਾਂ ਵੀ ਆ ਰਹੀਆਂ ਨੇ ਤੇ ਲੱਗਦਾ ਵੀ ਜੇ ਬੀਜੇਪੀ ਨਾਲ ਸਮਝੌਤਾ ਹੁੰਦਾ ਤਾਂ ਫਿਰ ਇਹ ਜਿਹੜੀ ਗੱਲ ਕਿਸੇ ਸਿਰੇ ਲੱਗੂਗੀ। ਇਹ ਜਿਹੜਾ 20 ਤਰੀਕ ਨੂੰ ਇਹਨਾਂ ਨੇ ਬੰਗਲਾ ਸਾਹਿਬ ਤੋਂ ਮਾਰਚ ਕਰਨਾ ਸੀਗਾ ਤੇ ਪਾਰਲੀਮੈਂਟ 'ਚ ਜਾਣਾ ਸੀਗਾ, ਅਸੀਂ ਤਿਆਰੀ ਸੀਗੀ, ਪਾਰਲੀਮੈਂਟ ਸੈਸ਼ਨ ਸੀਗਾ, ਮੈਂ ਦਿੱਲੀ ਸੀਗਾ, ਅਸੀਂ ਆਪਣੇ ਬੰਦੇ ਮੰਗਾ ਲਏ ਸੀਗੇ ਤੇ ਜਿਹੜੇ ਜਿਹੜੇ ਬੰਦੀ ਫੋਟੋਆਂ ਹੈ ਤੇ ਜਿਹੜੇ ਜਿਹੜੇ ਸਿੱਖ ਕੈਨੇਡਾ, ਪਾਕਿਸਤਾਨ, ਯੂਕੇ, ਹਰਿਆਣੇ ਤੇ ਪੰਜਾਬ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਮਰਵਾਏ ਹੈ, ਅਸੈਸੀਨੇਟ ਕੀਤੇ ਹੈ, ਉਹਨਾਂ ਦੇ ਵੱਡੇ ਵੱਡੇ ਬੋਰਡ ਪਿਕਚਰਸ ਵੀ ਸੀਗੀਆਂ। ਸਾਡੀਆਂ ਸਾਰੀਆਂ ਤਿਆਰੀਆਂ ਸੀ ਪਰ ਸਾਡੀਆਂ ਤਿਆਰੀਆਂ ਦੇ ਉੱਤੇ ਪਾਣੀ ਪੈ ਗਿਆ ਜਦੋਂ ਆਖਰੀ ਮੌਕੇ ਦੇ ਉੱਤੇ ਐਸਜੀਪੀਸੀ ਨੇ ਕੈਂਸਲ ਕਰਤਾ ਕਿ ਸਾਡੀ ਗੱਲਬਾਤ ਬੀਜੇਪੀ ਦੇ ਨਾਲ ਹੋ ਰਹੀ ਹੈ। ਇਸ ਕਰਕੇ ਬੀਜੇਪੀ ਨੇ ਕਿਹਾ ਕਿ ਤੁਸੀਂ ਅਜੇ ਠਹਿਰੋ ਤੇ ਅਜੇ ਮਤ ਕਰੋ, ਜਿਹੜਾ ਕਿ ਇਹ ਬਹੁਤ ਮਾੜੀ ਗੱਲ ਕੀਤੀ ਗਈ ਹੈ। ਭਰੋਸਾ ਕੀਤਾ ਜਾ ਸਕਦਾ ਬੀਜੇਪੀ ਤੇ ਜੋ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਜਾਂ ਕਮੇਟੀ ਕਹਿ ਰਹੀ ਹੈ, ਭਰੋਸਾ ਕੀਤਾ ਜਾ ਸਕਦਾ ਬੀਜੇਪੀ ਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਬੰਧ ਵਿੱਚ ਕੋਈ ਵਿਚਾਰ ਚਰਚਾ ਕਰ ਸਕਦੀ ਹੋ? ਬਹਿ ਦੇਖੋ, ਸੱਚੀ ਗੱਲ ਮੈਂ ਦੱਸਾਂ, ਮੇਰੇ ਮਾਂ ਪਿਓ ਨੇ ਕਿਹਾ ਇਹਨਾਂ ਦੇ ਉੱਤੇ ਭਰੋਸਾ ਹੀ ਨਾ ਕਰੀ। ਉਹਨਾਂ ਨੇ ਬੀਜੇਪੀ ਨੇ ਤੇ ਆਪਣੀ ਜਿਹੜਾ ਸਟੈਂਡ ਆ 25 ਤਰੀਕ ਨੂੰ, ਸ਼ਾਇਦ 25 ਤੋਂ ਪਹਿਲਾਂ ਹੀ ਪਾਰਲੀਮੈਂਟ ਦੇ ਵਿੱਚ ਕਲੀਅਰ ਕਰ ਦਿੱਤਾ ਹੋਇਆ। ਅਮਿਤ ਸ਼ਾਹ ਜੋ ਬੋਲ ਗਏ ਨੇ ਉਸ ਤੋਂ ਬਾਅਦ ਤੁਸੀਂ ਕੀ ਉਹਨਾਂ ਤੇ ਭਰੋਸਾ ਕਰ ਸਕਦੇ ਹੋ, ਕੀ ਐਕਸਪੈਕਟ ਕਰ ਸਕਦੇ ਹੋ? ਅਗਰੈਸਿਵ ਹੋ ਕੇ ਇਹੋ ਜਿਹਾ ਬਿਆਨ ਨਹੀਂ ਸੀ ਦੇਣਾ ਚਾਹੀਦਾ। ਕਿਹਨਾਂ ਨੂੰ ਅਮਿਤ ਸ਼ਾਹ ਨਹੀਂ ਸੀ ਦੇਣਾ ਚਾਹੀਦਾ? ਤੁਹਾਨੂੰ ਕੀ ਲੱਗਦਾ ਕਿ ਅਮਿਤ ਸ਼ਾਹ ਜਿਹੜਾ ਭੋਲਾ ਹੈ ਕਿ ਆਪਣੇ ਆਪ ਵੈਸੇ ਹੀ ਦੇ ਗਿਆ ਜਾਂ ਉਹਦੇ ਮੂੰਹੋਂ ਨਿਕਲ ਗਿਆ? ਅਮਿਤ ਸ਼ਾਹ ਹੈ ਹੋਮ ਮਿਨਿਸਟਰ ਆਫ ਇੰਡੀਆ, ਉਹਨੇ ਆਪਣੀ ਪਾਲਿਸੀ ਡਿਕਲੇਅਰ ਕੀਤੀ ਹੈ। ਦੇਖੋ ਇਹ ਸਿੱਖਾਂ ਦੇ ਨਾਲ ਅਨਿਆਂ ਹੋ ਰਿਹਾ, ਸਾਡੇ ਬੰਦੀ ਸਿੰਘਾਂ ਦਾ ਮਾਮਲਾ ਵਾ ਜਾਂ ਵਿਦੇਸ਼ਾਂ ਦੇ ਵਿੱਚ ਸਿੱਖ ਜੁਝਾਰੂਆਂ ਦੇ ਕਤਲ ਹੋਏ ਆ, ਸਿੱਖ ਜਥੇਬੰਦੀਆਂ ਵੱਖਰੇ ਵੱਖਰੇ ਤੌਰ ਤੇ ਆਪਣੇ ਆਪਣੇ ਪੱਧਰ ਤੇ ਇਹਨੂੰ ਮੁੱਦਿਆਂ ਨੂੰ ਚੁੱਕ ਰਹੀਆਂ। ਕੋਈ ਸੰਭਾਵਨਾ ਹੈਗੀ ਆ ਸਾਰੀਆਂ ਸਿੱਖ ਜਥੇਬੰਦੀਆਂ ਭਾਵੇਂ ਉਹ ਗਰਮ ਧੜੇ ਨਾਲ ਸੰਬੰਧ ਰੱਖਦੀਆਂ ਜਾਂ ਨਰਮ ਧੜਿਆਂ ਨਾਲ ਰੱਖਦੀਆਂ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਸੰਭਾਵਨਾ ਕੋਈ ਪ੍ਰਾਪਤੀ ਵੀ ਹੋ ਸਕੇ? ਦੇਖੋ, ਇੱਕ ਪਲੇਟਫਾਰਮ ਤੇ ਇਕੱਠੇ ਹੋਣਾ, ਜਿਹੜਾ ਇੱਕ ਪਲੇਟਫਾਰਮ ਹੈ ਉਹ ਤੇ ਅਕਾਲ ਤਖਤ ਹੈ। ਜੇ ਅਕਾਲ ਤਖਤ ਸਾਹਿਬ ਕਦੇ ਵੀ ਸਾਨੂੰ ਆਵਾਜ਼ ਮਾਰਦੇ ਨੇ ਔਰ ਜਿਹੜਾ ਪ੍ਰੋਗਰਾਮ ਜਾਂ ਸਿੱਖਾਂ ਦੇ ਹਿੱਤ ਵਿੱਚ ਹੁੰਦਾ ਹੈ, ਅਸੀਂ ਹਮੇਸ਼ਾ ਹਾਜ਼ਰ ਰਹਿੰਦੇ ਹਾਂ ਔਰ ਹਮੇਸ਼ਾ ਸਾਡਾ ਜਿਹੜਾ ਰਿਸਪੌਂਸ ਹੈ ਉਹ ਪੋਜ਼ਿਟਿਵ ਹੁੰਦਾ ਔਰ ਅਸੀਂ ਉਹਨਾਂ ਦੀ ਹਮਾਇਤ ਵੀ ਕਰਦੇ ਹਾਂ ਉਸ ਪ੍ਰੋਗਰਾਮ ਦੀ। ਪਰ ਜੇ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਕਿਤੇ ਸਾਨੂੰ ਕੋਈ ਗੜਬੜ ਲੱਗਦੀ ਹੈ, ਕਿਤੇ ਕੋਈ ਸਾਨੂੰ ਰਾਜਸੀ ਬੋਹ ਆਉਂਦੀ ਹੈ ਤੇ ਅਸੀਂ ਫਿਰ ਉਸ ਤੋਂ ਆਪਣਾ ਆਪ ਨੂੰ ਕਿਨਾਰਾ ਵੀ ਕਰ ਲੈਂਦੇ ਹਾਂ, ਪਰ ਅਸੀਂ ਕਦੀ ਅੜਚਨ ਨਹੀਂ ਬਣੇ, ਅਸੀਂ ਕਦੀ ਬਾਧਾ ਨਹੀਂ ਬਣੇ। ਜੇ ਉਹ 20 ਤਰੀਕ ਨੂੰ ਕਰਨ ਜਾ ਰਹੇ ਸੀ ਤੇ ਅਸੀਂ ਉਹ ਸਪੋਰਟਿਵ ਹੀ ਰੋਲ ਸੀਗਾ ਸਾਡਾ, ਪਰ ਜੇ ਉਹਨਾਂ ਨੇ ਵਿਡਰਾਅ ਕੀਤਾ ਔਰ ਬਿਨਾਂ ਕਾਰਨ ਦੱਸਿਆ ਵਿਡਰਾਅ ਕੀਤਾ ਔਰ ਜਿਹੜਾ ਹਜ਼ਮ ਵੀ ਨਹੀਂ ਹੋ ਰਿਹਾ ਵਿਡਰਾਅ ਦਾ ਕਾਰਨ ਜਿਹੜਾ
ਤੇ ਸਾਨੂੰ ਉਸ ਚੀਜ਼ ਦਾ ਦੁੱਖ ਵੀ। ਜਥੇਦਾਰ ਕੌਂਕੇ ਦਾ ਜੋ ਸਮਾਗਮ ਸੀ ਅਕਾਲ ਤਖਤ ਸਾਹਿਬ ਦੇ ਤੇ ਸਮੂਹਕ ਜਥੇਬੰਦੀਆਂ ਸਾਰੀਆਂ ਕਰਮਚਾਰੀ ਸਾਰੀਆਂ ਇਕੱਠੀਆਂ ਸੀ, ਕੀ ਲੱਗਦਾ ਨਹੀਂ ਸੀ ਕਿ ਉਸ ਦਿਨ ਕੋਈ ਗੁਰਮਤਾ ਹੁੰਦਾ ਆਪਸੀ ਬੈਠ ਕੇ ਗੱਲਾਂ ਬਾਤਾਂ? ਦੇਖੋ, ਪ੍ਰੋਗਰਾਮ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰਗੇਨਾਈਜ਼ ਕੀਤਾ ਗਿਆ ਸੀਗਾ ਤੇ ਸਾਰੀਆਂ ਜਥੇਬੰਦੀਆਂ ਨੇ ਉੱਥੇ ਵੀ ਗਈਆਂ ਨੇ, ਔਰ ਮਾਨ ਸਾਹਿਬ ਨੇ ਪਿੰਡ ਵੀ ਆਰਗੇਨਾਈਜ਼ ਕੀਤਾ ਸੀ, ਉੱਥੇ ਵੀ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਨੇ। ਸੰਘਰਸ਼ ਤਾਂ ਜਾਰੀ ਹੈ, ਔਰ ਜਿੱਥੋਂ ਤੱਕ ਤੁਹਾਡੀ ਗੱਲ ਹੈਗੀ ਕਿ ਉੱਥੇ ਸਾਂਝੇ ਰੂਪ ਦੇ ਵਿੱਚ ਗੁਰਮਤਾ ਹੋਣਾ ਚਾਹੀਦਾ ਸੀ। ਜਿਹਨਾਂ ਨੇ ਪ੍ਰੋਗਰਾਮ ਦਾ ਸੱਦਾ ਦਿੱਤਾ ਹੈ, ਅਗਰ ਉਹ ਇਸ ਚੀਜ਼ ਦੇ ਵੱਲ ਕੁਝ ਰਿਜ਼ਲਟ ਕੱਢਣਾ ਚਾਹੁੰਦੇ ਤੇ ਉਹਨਾਂ ਨੂੰ ਇਹ ਵੀ ਕਰ ਲੈਣਾ ਚਾਹੀਦਾ ਸੀ। ਮਾਨ ਸਾਹਿਬ, ਤੁਸੀਂ ਅੱਜ ਐਸਜੀਪੀਸੀ ਨੂੰ ਇੱਕੋ ਦਿੱਤਾ ਮੰਗ ਪੱਤਰ ਜੀ, ਉਹਦੇ ਵਿੱਚ ਕੀ ਡਿਮਾਂਡ ਕੀਤੀ? ਮੈਂ ਦੱਸਦਾ ਜੀ ਕਿ ਜਿਹੜਾ ਬੇਹੂਦਾ ਬਿਆਨ ਅਮਿਤ ਸ਼ਾਹ ਜੀ ਨੇ ਦਿੱਤਾ ਹੈ, ਉਹਦੇ ਬਾਰੇ ਇੰਡੀਆ ਨੇ ਕਟਰ ਦੇ ਕੋਲੇ ਜਿਹੜੇ 8 ਨੇਵੀ ਦੇ ਇੰਡੀਅਨ ਸੀਗੇ, ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀਗੀ, ਉਹਨਾਂ ਨੇ ਰੱਦ ਕਰਾਈ ਹੈ। ਪ੍ਰਾਈਮ ਮਿਨਿਸਟਰ ਮੋਦੀ ਨੇ ਤੇ ਸਾਰੇ ਬੀਜੇਪੀ ਆਰਐਸਐਸ ਨੇ। ਜੇ ਕਟਰ ਦੇ ਵਿੱਚ ਜਾ ਕੇ ਇੱਕ ਮੁਸਲਮਾਨ ਦੇਸ਼ ਡੈਥ ਪੈਨਲਟੀ, ਮੌਤ ਦੀ ਸਜ਼ਾ ਨੂੰ ਢਿੱਲਾ ਕਰ ਸਕਦਾ ਹੈ, ਤੇ ਹਿੰਦੂ ਧਰਮ ਤੇ ਹਿੰਦੂਤਵਾ ਜਿਹੜਾ ਇਹ ਸਾਡੇ ਕੈਦੀ ਹੈ, ਉਹਨਾਂ ਨੂੰ ਕਿਉਂ ਨਹੀਂ ਛੱਡ ਸਕਦਾ? ਕਿਉਂ ਨਹੀਂ ਉਹਨਾਂ ਦੀ ਜਿਹੜੀ ਮੌਤ ਦੀ ਸਜ਼ਾ ਹੈ ਉਸ ਨੂੰ ਖਤਮ ਕਰ ਸਕਦਾ ਹੈ? ਤੇ ਜੇ 15 ਅਗਸਤ ਜਿੱਥੇ ਹਿੰਦੂਤਵਾ ਦੇ ਲੋਕ ਆਪਣੀ ਆਜ਼ਾਦੀ ਦਾ ਦਿਨ ਮਨਾਉਂਦੇ ਹੈ, ਪਿਛਲੇ ਸਾਲ ਬੀਬੀ ਬਾਣੋ ਜਿਹਦੇ ਉੱਤੇ ਜਬਰ ਜਨਾਹ ਕੀਤਾ ਗਿਆ ਹਿੰਦੂਤਵਾ ਨੇ, ਤੇ ਜਿਹੜੇ ਕਾਤਲ ਸੀਗੇ ਉਹ ਸਾਰੇ ਜੇਲ੍ਹ ਦੇ ਵਿੱਚੋਂ ਰਿਹਾ ਕਰਾਤੇ। ਮੇਰਾ ਕਹਿਣ ਦਾ ਮਤਲਬ ਹੈ ਕਿ ਸਿੱਖਾਂ ਦੇ ਲਈ ਜਸਟਿਸ ਹੈ ਹੀ ਨਹੀਂ ਕਿ ਜੇ ਕਟਰ ਦੇ ਕੋਲੇ ਜਾ ਕੇ ਤੁਸੀਂ ਇਹ ਮਾਫੀ ਮੰਗਵਾ ਸਕਦੇ ਹੋ 8 ਨੇਵਲ ਪਰਸਨਸ ਦੀ, ਜਿਹੜੇ ਇਜ਼ਰਾਈਲ ਦੀ ਖੁਫੀਆ ਏਜੰਸੀ ਮਸਾਦ ਦੇ ਨਾਲ ਰਲ ਕੇ ਉੱਥੋਂ ਦੀ ਖੁਫੀਆ ਇਨਫੋਰਮੇਸ਼ਨ ਲੈ ਕੇ ਇੰਡੀਆ ਨੂੰ ਵੀ ਦਿੰਦੇ ਸੀਗੇ, ਇਜ਼ਰਾਈਲ ਨੂੰ ਵੀ ਦਿੰਦੇ ਸੀਗੇ, ਉਹ ਤਾਂ ਤੁਸੀਂ ਮਾਫ ਕਰਵਾ ਲਏ ਹੈ। ਤੇ ਅਮਿਤ ਸ਼ਾਹ ਜੀ ਇਹੋ ਜਿਹਾ ਬੇਹੂਦਾ ਬਿਆਨ ਦਿੰਦੇ ਹੈ ਕਿ ਇਹ ਐ ਕਰਨ, ਫਿਰ ਅਸੀਂ ਦੇਖਾਂਗੇ। ਮੇਰਾ ਮਤਲਬ ਹੈ ਅਸੀਂ ਇਹੋ ਜਿਹੇ ਲੋਕਾਂ ਦੇ ਨਾਲ ਨਹੀਂ ਵੱਸ ਸਕਦੇ, ਨਹੀਂ ਰਹਿ ਸਕਦੇ। ਹੋ ਇਹ ਚੈਪਟਰ ਖਤਮ ਹੋ ਜਾਊਗਾ। ਜਿਹੜਾ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਇਹ ਕਤਲ ਸ਼ੁਰੂ ਕਰ ਦਿੱਤੇ ਹੈ, ਅਸੈਸੀਨੇਸ਼ਨਸ, ਇਹਦੇ ਨਾਲ ਇੰਡੀਆ ਦੀ ਡਿਫੈਂਸ ਪਾਲਿਸੀ ਦੇ ਉੱਤੇ ਵੀ ਬਹੁਤ ਫਰਕ ਪਿਆ ਹੈ। ਕਿਉਂ ਕਰਕੇ 26 ਤਰੀਕ ਨੂੰ ਕੁਆਡ ਦੇ ਜਿਹੜੇ ਦੂਜੇ ਮੈਂਬਰ ਹੈਗੇ ਹੈ, ਜਾਪਾਨ ਤੇ ਆਸਟ੍ਰੇਲੀਆ, ਉਹਨਾਂ ਦੇ ਵੀ ਪ੍ਰਾਈਮ ਮਿਨਿਸਟਰਸ ਨੇ 26 ਨੂੰ ਆਉਣਾ ਸੀ। ਕੁਆਡ ਜਿਹੜਾ ਇਹ ਚੀਨ ਦੇ ਖਿਲਾਫ ਡਿਫੈਂਸ ਬਣਾਇਆ ਹੋਇਆ ਸਾਰਿਆਂ ਨੇ, ਇਹਨਾਂ ਦੀ ਮੀਟਿੰਗ ਸੀ ਤੇ ਕੁਆਡ ਦੀ ਵੀ ਇਹ ਮੀਟਿੰਗ ਰੱਦ ਕੀਤੀ ਗਈ ਹੈ। ਜਦੋਂ ਅਮਰੀਕਾ ਤੇ ਵੈਸਟਰਨ ਕੰਟਰੀਜ਼ ਦੇ ਨਾਲ ਸਮਝੌਤਾ ਸਿੱਖਾਂ ਦੇ ਕਤਲ ਤੇ ਟੁੱਟ ਚੁੱਕਿਆ ਹੈ, ਹੁਣ ਆਪਣਾ ਫੋਰਨ ਮਿਨਿਸਟਰ 5 ਦਿਨ ਰੂਸ ਦੇ ਕੋਲੇ ਜਾ ਕੇ ਬੈਠ ਕੇ ਉੱਥੇ ਪਤਾ ਨਹੀਂ ਉਹਨਾਂ ਤੋਂ ਕੀ ਲਿਆ ਕੀ ਨਹੀਂ ਲਿਆ। ਹੁਣ ਫੇਰ ਇਹ ਰੂਸੀਅਨ ਦੇ ਕੈਂਪ ਦੇ ਵਿੱਚ ਆਪਣੀ ਫੋਰਨ ਪਾਲਿਸੀ ਨੂੰ ਲੈ ਗਏ। ਇਹ ਤੁਸੀਂ ਸਾਰਾ ਕੁਝ ਕਹਿੰਦੇ ਹੋ, ਪਰ ਇਹ ਕਤਲਾਂ ਦੇ ਨਾਲ ਜੇ ਫੋਰਨ ਪਾਲਿਸੀ ਵੀ ਚੇਂਜ ਹੋ ਜੇ ਤੇ ਡਿਫੈਂਸ ਪਾਲਿਸੀ ਵੀ ਰੱਦ ਹੋ ਜੇ ਤਾਂ ਮੈਂ ਸਮਝਦਾ ਕਿ ਇਹ ਬਹੁਤ ਸੰਗੀਨ ਜੁਰਮ ਕੀਤੇ ਹੈ, ਜਿਹੜੇ ਇਹਨਾਂ ਨੇ ਜੁਰਤ ਕੀਤੀ ਹੈ ਕਿ ਵਿਲਾਇਤ ਦੇ ਵਿੱਚ ਇਹਨਾਂ ਨੇ ਉਹਨੂੰ ਅਵਤਾਰ ਸਿੰਘ ਖੰਡੇ ਨੂੰ ਮਾਰਤਾ। ਜਿਹੜੀ ਗਾਰਡੀਅਨ ਅਖਬਾਰ ਹੈ ਵਿਲਾਇਤ ਦੀ, ਉਸ ਨੇ ਇੱਕ ਬਿਆਨ ਦਿੱਤਾ ਹੈ ਕਿ ਇੱਕ ਟੋਰੀ MP ਨੇ ਸਰਕਾਰ ਨੂੰ ਪੁੱਛਿਆ ਕਿ ਇਹ ਕਿਵੇਂ ਕਤਲ ਹੋਇਆ, ਪੁਲਿਸ ਨੇ ਇਹਦੀ ਇਨਕੁਆਇਰੀ ਪੂਰੀ ਤਰ੍ਹਾਂ ਕਿਉਂ ਨਹੀਂ ਕੀਤੀ। ਉਹਦੇ ਮਾਂ ਨੂੰ ਨਹੀਂ ਪੁੱਛਿਆ, ਉਹਦੇ ਦੋਸਤਾਂ ਨੂੰ ਨਹੀਂ ਪੁੱਛਿਆ, ਉਹਦੇ ਜਥੇਬੰਦੀਆਂ ਨੂੰ ਪੁੱਛਿਆ, ਤੇ ਪੁਲਿਸ ਨੇ ਕਿਵੇਂ ਇਹਦੀ ਇਨਕੁਆਇਰੀ ਕੀਤੀ ਹੈ। ਇਹ ਜੜ ਤੱਕ ਤਾਂ ਗੱਲ ਚੱਲ ਗਈ ਹੈ। ਹੁਣ ਮੇਰਾ ਮਤਲਬ ਹੈ ਇਹਨੂੰ ਬਾਹਰ ਕੱਢਣ ਦੇ ਲਈ ਤੁਹਾਡੀ ਵੀ ਇਹ ਸਾਨੂੰ ਜ਼ਰੂਰਤ ਹੈ। ਤੇ ਤੁਸੀਂ ਕੰਢੇ ਤੇ ਬੈਠੇ ਹੋ ਜਿੱਥੇ 2 ਕਤਲ ਪਾਕਿਸਤਾਨ ਦੇ ਵਿੱਚ ਇੰਡੀਆ ਨੇ ਕਰਤੇ ਹੈ,
ਤੇ ਇਹਦੀ ਵਜ੍ਹਾ ਇਹ ਹੈ ਕਿ ਮੁਸਲਮਾਨਾਂ ਨੂੰ ਤਾਂ ਅਸੀਂ ਨੱਪ ਲਿਆ, 370 ਵੀ ਖਤਮ ਕਰਤੀ ਹੈ, ਰੋਜ਼ ਉਹਨਾਂ ਨੂੰ ਠੋਕੀ ਜਾਂਦੇ ਹੈ। ਤੇ ਅਸੀਂ ਹਿੰਦੂਤਵ ਨੂੰ ਦਿਖਾਉਣਾ ਚਾਹੁੰਦੇ ਹਾਂ ਇਲੈਕਸ਼ਨ ਤੋਂ ਪਹਿਲਾਂ ਕਿ ਇਹ ਜਿਹੜੇ ਸਿੱਖ ਬਣੇ ਫਿਰਦੇ ਹੈ, ਇਹ ਬਾਹਰ ਦੇ ਮੁਲਕਾਂ 'ਚ ਵੀ ਅਸੀਂ ਇਹਨਾਂ ਨੂੰ ਨਹੀਂ ਛੱਡਣਾ ਤੇ ਇਹਨਾਂ ਨੂੰ ਗੋਲੀ ਨਾਲ ਤਬਾਹ ਕਰਨਾ। ਤੇ ਅਸੀਂ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ। ਜਦੋਂ ਸਾਰੀ ਦੁਨੀਆ ਉੱਠ ਪਈ ਹੈ ਤੇ ਅਸੀਂ ਚੁੱਪ ਕਰਕੇ ਰਹੀਏ ਜਾਂ SGPC ਚੁੱਪ ਕਰਕੇ ਰਹੇ, ਤਖਤਾਂ ਦੇ ਜਥੇਦਾਰ ਚੁੱਪ ਕਰਕੇ ਰਹਿਣ, ਇਹ ਬੁਜ਼ਦਿਲੀ ਹੈ, ਕਾਇਰਤ ਹੈ। ਤੇ ਅਸੀਂ ਬਿਲਕੁਲ, ਸਾਡੀਆਂ ਦੋਨੋਂ ਪਾਰਟੀਆਂ ਤੁਹਾਡੇ ਕੋਲੇ ਹਾਜ਼ਰ ਆਈਆਂ ਅੱਜ ਕਿ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਚੰਗੀ ਤਰ੍ਹਾਂ, ਬੇਸ਼ੱਕ 2.5 ਕਿਲੋਮੀਟਰ ਦਾ ਹੋਵੇ, ਬੇਸ਼ੱਕ ਕਿੰਨੇ ਦਾ ਹੋਵੇ, ਪਰ ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਇਹ ਮੈਸੇਜ ਜਾਣਾ ਚਾਹੀਦਾ ਲੋਕਾਂ ਦੇ ਕੋਲੇ ਕਿ ਇਹ ਸਿੱਖ ਖਾਮੋਸ਼ ਨਹੀਂ ਹੈ, ਇਹ ਬੋਲ ਰਹੇ ਹੈ, ਇਹ ਕਰ ਰਹੇ ਹੈ, ਫਿਜ਼ੀਕਲੀ ਵੀ, ਪ੍ਰੈਸ ਦੇ ਵਿੱਚ ਵੀ, ਲਿਖਤੀ ਤੌਰ ਤੇ ਵੀ ਕਰ ਰਹੇ ਹੈ। ਇਹਨਾਂ ਨੂੰ ਸਾਰਾ ਪਤਾ ਹੈ ਕਿ ਡਿਫੈਂਸ ਪਾਲਿਸੀ ਦੇ ਉੱਤੇ ਵੀ ਫਰਕ ਪੈ ਗਿਆ, ਫੋਰਨ ਪਾਲਿਸੀ ਵੀ ਖਤਮ ਹੋ ਚੁੱਕੀ ਹੈ ਇੰਡੀਆ ਦੀ। ਤੇ ਇਸ ਨੂੰ ਮੋਦੀ ਸਾਹਿਬ ਨੂੰ ਇਹਦੇ ਤੇ ਬਿਆਨ ਦੇਣਾ ਪਊਗਾ ਕਿ ਇਹ ਕਿਉਂ ਕਰਾਇਆ ਗਿਆ। ਤੇ ਕਰਾਇਆ ਤਾਂ ਗਿਆ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਰॉ ਦਾ ਡਾਇਰੈਕਟਰ, IB ਦਾ ਡਾਇਰੈਕਟਰ, ਮਿਲਟਰੀ ਇੰਟੈਲੀਜੈਂਸ ਦਾ ਡਾਇਰੈਕਟਰ, ਇਹ ਪਾਰਲੀਮੈਂਟ ਨੂੰ ਰਿਸਪੌਂਸਿਬਲ ਨਹੀਂ ਹੈ, ਨਾ ਇਹ ਪਾਰਲੀਮੈਂਟ ਨੂੰ ਅਕਾਊਂਟੇਬਲ ਨੇ। ਤੇ ਇਹਨਾਂ ਦੀਆਂ ਜਿਹੜੀਆਂ ਸੀਕ੍ਰੇਟ ਸਰਵਿਸ ਖੁਫੀਆ ਫੰਡਸ ਹੈ, ਉਹਨਾਂ ਦਾ ਆਡਿਟ ਨਹੀਂ ਹੁੰਦਾ। ਇਹ ਬਿਲਕੁਲ ਇੱਕ ਜੰਗਲ ਦਾ ਰਾਜ ਜਮਹੂਰੀਅਤ ਦੇ ਪਰਦੇ ਦੇ ਵਿੱਚ ਇੱਥੇ ਪਿਆ ਹੋਇਆ। ਤੇ ਮਾਨ ਸਾਹਿਬ, ਤੁਹਾਡੇ ਮਾਨ ਸਾਹਿਬ ਨੇ ਜਿਹੜੀ ਇਹਨਾਂ ਨੇ ਗੱਲ, ਹਾਂਜੀ, ਉੱਥੋਂ ਦੀ ਸਰਕਾਰ ਨੂੰ ਕੋਈ ਲਿਖਤੀ ਰੂਪ ਦੇ ਵਿੱਚ ਇਹ ਚੀਜ਼ ਜਾਣੂ ਕਰਵਾਈ ਗਈ ਹੈ, ਜਿਸ ਤਰ੍ਹਾਂ ਤੁਸੀਂ ਉਹ ਤਦੇ ਤਾਂ ਆ ਰਿਹਾ ਜੀ ਸਾਰਾ ਕੁਝ। ਹੁਣ ਮੈਂ ਪਾਰਲੀਮੈਂਟ 'ਚ ਬੋਲਤਾ ਪਿਆ, ਉਸ ਤੋਂ ਬਾਅਦ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬੋਲਿਆ। ਮਾਨ ਸਾਹਿਬ ਨੇ ਜਿਹੜੀ ਲਾਸਟ ਗੱਲ ਕੀਤੀ ਹੈ ਨਾ ਕਿ ਇੱਥੋਂ ਦੀਆਂ ਜਿਹੜੀਆਂ ਏਜੰਸੀਜ਼ ਨੇ, ਦੇ ਆਰ ਨਾਟ ਅਕਾਊਂਟੇਬਲ ਐਂਡ ਆਨਸਰੇਬਲ ਟੂ ਪਾਰਲੀਮੈਂਟ, ਇਹ ਬਹੁਤ ਵੱਡੀ ਗੱਲ ਹੈ ਹਿੰਦੁਸਤਾਨ ਦੇ ਵਿੱਚ। ਇਹ ਵੀ ਪਾਰਲੀਮੈਂਟ 'ਚ ਕਹਿਤਾ ਇਹਨਾਂ ਨੇ ਕਿਹਾ ਹੈ ਔਰ ਇਹ ਬਹੁਤ ਵੱਡੀ ਗੱਲ ਹੈ। ਦੇਖੋ, ਅਸੀਂ ਨਕਲ ਤੇ ਕਰਦੇ ਹਾਂ ਵੈਸਟ ਦੀ, ਇੰਡੀਆ ਨਕਲ ਤੇ ਕਰਦਾ ਹੈ, ਪਰ USA ਦੇ ਵਿੱਚ ਜਿਹੜੀ CIA ਹੈ ਉਹ ਅਕਾਊਂਟੇਬਲ ਹੈ ਸੈਨੇਟ ਨੂੰ, ਕਾਂਗਰਸ ਨੂੰ। ਉੱਥੋਂ ਦੇ ਮਤਲਬ ਉੱਥੋਂ ਦਾ ਡੈਮੋਕ੍ਰੈਟਿਕ ਸਿਸਟਮ ਇੱਦਾਂ ਦਾ ਕਿ ਉੱਥੋਂ ਦੀਆਂ ਏਜੰਸੀਜ਼ ਜਿਹੜੀਆਂ ਨੇ ਅਕਾਊਂਟੇਬਲ ਹੁੰਦੀਆਂ ਨੇ ਇਲੈਕਟਿਡ ਪਾਰਲੀਮੈਂਟੇਰੀਅਨਸ ਦੇ ਅੱਗੇ, ਪਰ ਇੰਡੀਆ ਦੇ ਵਿੱਚ ਇਹ ਨਹੀਂ ਹੈਗਾ। ਇੱਥੇ ਤਾਂ ਹੀ ਤਾਂ ਇਹ ਸਭ ਕੁਝ ਸੰਵਿਧਾਨ ਨੂੰ ਛਿੱਕੇ ਟੰਗ ਕੇ, ਕਾਨੂੰਨ ਨੂੰ ਛਿੱਕੇ ਟੰਗ ਕੇ, ਨਿਆਇਕ ਸਿਸਟਮ ਨੂੰ ਛਿੱਕੇ ਟੰਗ ਕੇ ਇਹ ਸਾਰੇ ਕਤਲ ਕੀਤੇ ਜਾ ਰਹੇ ਨੇ। ਔਰ ਇੱਕ ਪਾਸੇ ਕਤਲ ਕਰ ਰਹੇ ਨੇ, ਦੂਜੇ ਪਾਸੇ ਇੱਕ ਹੋਰ ਜਿਹੜਾ ਸੂਖਮ ਹਮਲਾ ਸਾਡੇ ਤੇ ਕਰ ਰਹੇ ਨੇ, ਉਹ ਇਹ ਕਰ ਰਹੇ ਨੇ ਕਿ ਜਿਹੜੇ ਗੈਂਗਸਟਰਸ ਨੇ ਉਹਨਾਂ ਨੂੰ ਖਾਲਿਸਤਾਨੀਆਂ ਦੇ ਨਾਲ ਕਲੱਬ ਕਰ ਰਹੇ ਨੇ। ਵਿੱਚ ਥੋੜਾ ਜਿਹਾ ਇੱਕ ਡਰੱਗਸ ਦਾ ਮੈਟਰ ਵੀ ਉਹਦੇ 'ਚ ਇਨਕਲੂਡ ਕਰ ਦਿੰਦੇ ਨੇ ਕਿ ਜੀ ਇਹ ਡਰੱਗਸ ਦੇ ਵਪਾਰੀ ਨੇ, ਇਹ ਗੈਂਗਸਟਰਸ ਨੇ ਤੇ ਇਹ ਖਾਲਿਸਤਾਨੀ ਨੇ, ਤਿੰਨਾਂ ਨੂੰ ਇਕੱਠਾ ਕਲੱਬ ਕਰ ਰਹੇ ਨੇ, ਯਾਨੀ ਤੁਹਾਡੀ ਮੂਵਮੈਂਟ ਨੂੰ ਬਦਨਾਮ ਕਰ ਰਹੇ ਨੇ। ਇਹ ਬੜਾ ਸੂਖਮ ਵਾਰ ਹੈ ਜਿਹੜਾ ਕਿ ਸਮਝਣ ਦੀ ਬਹੁਤ ਲੋੜ ਹੈ ਔਰ ਇਹਨਾਂ ਨੂੰ ਕਾਊਂਟਰ ਕਰਨ ਦੀ ਲੋੜ ਹੈ। ਇੱਕ ਬੜਾ ਹੀ ਖਤਰਨਾਕ ਨੈਰੇਟਿਵ ਸਿਰਜਿਆ ਜਾ ਰਿਹਾ। ਉਹਨਾਂ ਨੇ ਲੇਟੈਸਟ ਕੀ ਕੀਤਾ, ਜਿਹੜੇ ਇੰਡੀਵਿਜੂਅਲਸ ਨੂੰ ਇਹਨਾਂ ਨੇ ਬੈਨ ਕੀਤਾ, ਜਿਹੜਾ ਦਹਿਸ਼ਤਗਰਦ ਐਲਾਨਿਆ, ਉਹਦੇ 'ਚ ਕਰ ਦਿੱਤਾ ਜੀ ਲਖਬੀਰ ਸਿੰਘ ਲੰਡਾ ਤੇ ਇੱਕੋ ਜਿਹੜਾ ਗੋਲਡੀ ਬਰਾੜ ਹੈ। ਹੁਣ ਤੁਸੀਂ ਦੇਖੋ ਕਿ ਜਦੋਂ ਇਹ ਲਿਸਟ ਬਣੇਗੀ, ਜਦੋਂ ਦੁਨੀਆ ਦੇ ਐਮਬੈਸੀਜ਼ ਨੂੰ ਜਾਏਗੀ, ਜਦੋਂ ਦੂਜੀਆਂ ਦੇ ਕੰਟਰੀਜ਼ ਨੂੰ ਜਾਏਗੀ, ਉਹ 'ਚ ਕੀ ਆਏਗਾ, ਜਦੋਂ ਬਹੁਤ ਸਾਰੇ ਹੋਰ ਨੇ, 50 ਤੋਂ ਉੱਪਰ ਨੇ ਬੰਦੇ ਜਿਨ੍ਹਾਂ ਨੂੰ ਇਹਨਾਂ ਨੇ ਲਿਸਟ ਕੀਤਾ ਹੋਇਆ। ਪਰ ਜੇ ਮੈਂ ਸਿੱਖਾਂ ਦੀ ਵੀ ਗੱਲ ਕਰਾਂ, ਵਧਾਵਾ ਸਿੰਘ, ਲਖਬੀਰ ਸਿੰਘ, ਦੂਸਰਾ ਸਿੰਘ, ਰਣਜੀਤ ਸਿੰਘ ਨੀਟਾ, ਉਹਨਾਂ ਦੀ ਲਿਸਟ ਦੇ ਵਿੱਚ ਲੰਡਾ ਤੇ ਬਰਾੜ ਲੈ ਆਉਂਦੇ ਨੇ। ਹੁਣ ਇਹੀ ਇੱਕ ਜਿਹੜਾ ਮਤਲਬ ਸਬਟਲ ਅਟੈਕ ਹੈ ਨਾ ਸਾਡੇ ਤੇ, ਇਹ ਕੀਤਾ ਜਾ ਰਿਹਾ ਕਿ ਜਿਹੜੇ ਫਰੀडम ਫਾਈਟਰ ਸੀਗੇ, ਜਿਹੜੇ ਇੱਕ ਕੌਜ਼ ਲਈ ਲੜ ਰਹੇ ਨੇ, ਜਿਹੜੇ ਆਪਣੇ ਰਿਲੀਜਨ ਲਈ ਲੜ ਰਹੇ ਨੇ, ਜਿਨ੍ਹਾਂ ਨੇ ਹਥਿਆਰ ਚੁੱਕੇ ਨੇ, ਉਹਨਾਂ ਨੂੰ ਉਹਨਾਂ ਲੋਕਾਂ ਦੇ ਨਾਲ ਕਲੱਬ ਕਰ ਰਹੇ ਨੇ ਉਸ ਕੈਟਾਗਰੀ ਦੇ ਵਿੱਚ ਜਿਨ੍ਹਾਂ ਨੇ ਹਥਿਆਰ ਮਨੀ, ਨੇਮ ਐਂਡ ਫੇਮ ਲਈ ਚੁੱਕੇ। ਸੋ ਇਹ ਬਹੁਤ ਸੂਖਮ ਵਾਰ ਕੀਤਾ ਜਾ ਰਿਹਾ। ਇਹ ਗੱਲ ਜਿੱਥੇ ਉਹਨਾਂ ਨੇ ਪਛਾਣੀ ਹੈ ਦੁਨੀਆ ਦੇ ਕੰਟਰੀਜ਼ ਦੇ ਵਿੱਚ, ਜਿੱਥੇ ਸਾਨੂੰ ਬਦਨਾਮ ਕਰਨਾ ਸਾਡੀ ਸਿੱਖ ਫਰੀडम ਮੂਵਮੈਂਟ ਨੂੰ, ਉੱਥੇ ਉਹ ਕਰ ਰਹੇ ਨੇ ਔਰ ਇਹਦਾ ਜਵਾਬ ਵੀ ਸਾਨੂੰ ਦੇਣਾ ਬਹੁਤ ਜ਼ਰੂਰੀ ਹੈ ਔਰ ਅਸੀਂ ਜਵਾਬ ਦਿਆਂਗੇ। ਜਿਵੇਂ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੇ ਇਹ ਖੱਖਰ ਨੂੰ ਛੇੜਤਾ ਸੀ, ਇਸੇ ਤਰ੍ਹਾਂ ਸ਼ਾਹ ਜੀ ਤੇ ਮੋਦੀ ਸਾਹਿਬ ਨੇ ਵੀ ਉਹੀ ਕੰਮ, ਇਹ ਭੂਣਾ ਦੇ ਖੱਖਰ ਨੂੰ ਛੇੜਤਾ ਬਸ। ਹੁਣ ਠੀਕ ਹੈ ਜੀ।